संयुक्त किसान मोर्चे द्वारा हुण पश्चिम बंगाल दे रुख करदिआं किस तरह दीआं किसान रैलियां उत्थे कड्ढीਆਂ जाणगीਆਂ ते होर किहड़े राज्यां दे विच हुण मोर्चे द्वारा रैलियां कड्ढण दा प्रोग्राम उलीकिया जा रहा है। इस दे बारे अज बलवीर सिंह राजेवाल द्वारा चंडीगढ़ विखे कीती गई प्रैस वार्ता दे विच वड्डे जिहड़े ऐलान किए गए ने। दसदे कि अज किसान भवन चंडीगढ़ विखे बलवीर सिंह राजेवाल द्वारा प्रैस वार्ता की गई। उन्होंने द्वारा दस्सिया गया कि 12 मार्च नूं कल नूं जिहड़ा कलकत्ता विखे विशाल किसान रैली की जानी है ते इस तो बाद भी लगातार 4 दिन कलकत्ता दे विच पश्चिम बंगाल दे विच किसान रैलियां कड्ढीਆਂ जाणगीਆਂ ਅਤੇ ਦੱਸਦੇ कि पश्चिम बंगाल दे विच 294 हलके ने ਅਤੇ इन्हां सारे हलकिਆਂ दे विच किसान आगूआं द्वारा ਆਪਣੀਆਂ 294 ਗੱਡੀਆਂ ਭੇਜਣ ਦਾ ਐਲਾਨ ਕੀਤਾ ਗਿਆ ਹੈ। ਇਹ ਗੱਡੀਆਂ ਉੱਥੇ ਜਾ ਕੇ ਲੋਕਾਂ ਦੇ ਵਿੱਚ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਜਿਹੜਾ ਸਾਹਿਤ ਆ ਉਹ ਵੰਡਣਗੀਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਦੱਸਦੇ ਕਿ ਲਗਾਤਾਰ ਕਿਸਾਨੀ ਮੋਰਚੇ ਦੁਆਰਾ ਹੁਣ ਪੱਛਮੀ ਬੰਗਾਲ ਸਮੇਤ ਉਹਨਾਂ 5 ਰਾਜਾਂ ਤੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਨ੍ਹਾਂ 5 ਰਾਜਾਂ ਦੇ ਵਿੱਚ ਜਲਦ ਹੀ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਤੇ ਪੱਛਮੀ ਬੰਗਾਲ ਵਿੱਚ ਖਾਸ ਕਰਕੇ ਜਿੱਥੇ ਮੋਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਦੀ ਜਿੱਤ ਹੋਵੇ, ਉੱਥੇ ਖਾਸ ਤੌਰ ਤੇ ਹੁਣ ਕਿਸਾਨ ਆਗੂਆਂ ਦੁਆਰਾ ਪੱਛਮੀ ਬੰਗਾਲ ਦੇ ਵਿੱਚ ਕਿਸਾਨ ਰੈਲੀਆਂ ਕੱਢਣ ਦਾ ਐਲਾਨ ਕੀਤਾ ਗਿਆ ਹੈ। 12 ਮਾਰਚ ਤੋਂ ਇਹ ਰੈਲੀਆਂ ਸ਼ੁਰੂ ਹੋਣਗੀਆਂ ਅਤੇ ਲਗਾਤਾਰ 4 ਦਿਨ ਕਿਸਾਨ ਆਗੂਆਂ ਦੀਆਂ 4 ਵੱਖ-ਵੱਖ ਟੀਮਾਂ ਦੁਆਰਾ ਵੱਖ-ਵੱਖ ਜਗ੍ਹਾਵਾਂ ਤੇ ਕਰੀਬ 12 ਜਿਹੜੀਆਂ ਰੈਲੀਆਂ ਹੀ ਕੀਤੀਆਂ ਜਾਣੀਆਂ ਨੇ। ਅੱਜ ਬਲਵੀਰ ਸਿੰਘ ਰਾਜੇਵਾਲ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹਨਾਂ 5 ਰਾਜਾਂ ਤੋਂ ਇਲਾਵਾ ਪੂਰੇ ਦੇਸ਼ ਭਰ ਵਿੱਚ ਕਿਸਾਨ ਆਗੂਆਂ ਦੁਆਰਾ ਕਿਸਾਨੀ ਸੰਘਰਸ਼ ਨੂੰ ਤੇਜ਼ ਕਰਨ ਲਈ ਹੁਣ ਜਿਹੜੀ ਮੁਹਿੰਮ ਵਿੱਢ ਦਿੱਤੀ ਗਈ ਹੈ ਅਤੇ ਇਹਨਾਂ 5 ਰਾਜਾਂ ਤੋਂ ਬਾਅਦ ਫਿਰ ਵੱਖ-ਵੱਖ ਦੇਸ਼ ਦੇ ਹਿੱਸਿਆਂ ਦੇ ਵਿੱਚ ਜਾ ਕੇ ਵੀ ਕਿਸਾਨ ਰੈਲੀਆਂ ਮਹਾਪੰਚਾਇਤਾਂ ਜਾਂ ਜਿਹੜੇ ਕਿਸਾਨ ਇਕੱਠ ਨੇ ਉਹ ਕੀਤੇ ਜਾਣਗੇ ਤਾਂ ਜੋ ਪੂਰੇ ਦੇਸ਼ ਨੂੰ ਲਾਮਬੰਦ ਕਰਕੇ ਕਿਸਾਨੀ ਸੰਘਰਸ਼ ਦੇ ਨਾਲ ਜੋੜਿਆ ਜਾ ਸਕੇ। ਤੇ ਅਸੀਂ ਕਿਸਾਨ ਮੋਰਚੇ ਨੂੰ ਦਿੱਲੀ ਦੀਆਂ ਬਰੂਹਾਂ ਤੇ ਚੱਲਦਿਆਂ ਅੱਜ 105 ਦਿਨ ਹੋ ਗਏ ਨੇ ਤੇ ਦੁਨੀਆ ਦਾ ਇਤਿਹਾਸਕ ਮੋਰਚਾ ਹੈ ਜਿੱਥੇ ਸਭ ਤੋਂ ਲੰਬਾ ਸਮਾਂ ਇਹ ਮੋਰਚਾ ਚੱਲਿਆ। ਉੱਥੇ ਸਭ ਤੋਂ ਵੱਧ ਅੱਜ ਤੱਕ ਦਾ ਪੀਸਫੁਲ ਮੋਰਚਾ ਔਰ ਸਭ ਤੋਂ ਵੱਧ ਪਾਰਟਿਸਪੇਸ਼ਨ ਵਾਲਾ ਮੋਰਚਾ ਇਹ ਰਿਹਾ। ਤੋ ਸਰਕਾਰ ਦਾ ਆਪਣੇ ਰਾਜ ਹੱਟ 'ਚ ਫਸੀ ਹੈ ਤੋ ਅਸੀਂ ਇਹ ਫੈਸਲਾ ਕੀਤਾ ਹੈ ਵੀ ਹੁਣ ਜਿਹੜੀ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਉੱਥੇ ਅਸੀਂ ਟੀਮਾਂ ਬਣਾਈਆਂ ਸਾਰੇ ਸਟੇਟਾਂ ਦੇ ਵਿੱਚ ਉਹ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਵੀ ਜਿਹਨੂੰ ਮਰਜ਼ੀ ਵੋਟ ਦਿਓ, ਸਿਰਫ ਬੀਜੇਪੀ ਨੂੰ ਸਜ਼ਾ ਦਿਓ, ਉਹਨੂੰ ਵੋਟ ਨਹੀਂ ਦੇਣੀ। ਅਸੀਂ ਕਿਸੇ ਇੱਕ ਪਰਟੀਕੂਲਰ ਪਾਰਟੀ ਜਾਂ ਕਿਸੇ ਪਰਟੀਕੂਲਰ ਕੈਂਡੀਡੇਟ ਦੀ ਹਮਾਇਤ ਨਹੀਂ ਕਰਾਂਗੇ। ਅਸੀਂ ਸਿਰਫ ਇਹ ਬੇਨਤੀ ਕਰਨ ਜਾਵਾਂਗੇ ਵੀ ਬੀਜੇਪੀ ਨੂੰ ਵੋਟ ਨਾ ਦਿੱਤੀ ਜਾਏ। ਤੋ ਇਹਦੇ ਲਈ ਅੱਜ ਸਰ ਹਰਮੀਤ ਸਿੰਘ ਕਾਦੀਆਂ, ਮੈਂ ਸਰ ਗੁਰਨਾਮ ਸਿੰਘ ਉੱਥੋਂ ਸਿੱਧੇ ਆਉਣਗੇ ਏਅਰਪੋਰਟ 'ਤੇ। ਅਸੀਂ ਅੱਜ ਕਲਕੱਤੇ ਜਾਵਾਂਗੇ ਅਤੇ ਕੱਲ੍ਹ ਨੂੰ ਉੱਥੇ ਇੱਕ ਰੈਲੀ ਵੀ ਹੋਏਗੀ ਔਰ ਅਸੀਂ 294 ਉੱਥੇ ਹਲਕੇ ਨੇ ਅਸੈਂਬਲੀ ਦੇ 294 ਗੱਡੀਆਂ ਕੱਲ੍ਹ ਨੂੰ ਹਰੀ ਝੰਡੀ ਦੇ ਕੇ ਹਰ ਹਲਕੇ 'ਚ ਇੱਕ ਗੱਡੀ ਲਿਟਰੇਚਰ ਵੰਡਣ ਵਾਸਤੇ ਕਿਸਾਨ ਮੋਰਚੇ ਦੇ ਸੰਬੰਧ 'ਚ ਉੱਥੋਂ ਕੱਲ੍ਹ ਨੂੰ ਅਸੀਂ ਉਹਨਾਂ ਨੂੰ ਤੋਰਾਂਗੇ ਸਾਰੇ ਹਲਕਿਆਂ ਦੇ ਵਿੱਚ। ਅਤੇ ਜਿੱਥੇ ਹਰ ਰੋਜ਼ ਤਕਰੀਬਨ 3 ਤੋਂ 4 ਰੈਲੀਆਂ ਇੱਕ ਗਰੁੱਪ ਐਡਰੈਸ ਕਰੇਗਾ। ਅਸੀਂ 4 ਗਰੁੱਪ ਬਣਾਏ ਹੈ ਲੀਡਰਸ ਦੇ, ਤਕਰੀਬਨ 12 ਰੈਲੀਆਂ ਮਿਨੀਮਮ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਸੀਂ ਐਡਰੈਸ ਕਰਾਂਗੇ 4 ਦਿਨ ਲਈ। ਫਿਰ ਆਸਾਮ 2 ਟੀਮਾਂ ਜਾ ਚੁੱਕੀਆਂ, ਕੁਛ ਬੰਗਾਲ ਵਾਲੀਆਂ ਟੀਮਾਂ ਫਿਰ ਉੱਥੇ ਆਸਾਮ ਚਲੀਆਂ ਜਾਣਗੀਆਂ ਅਤੇ ਅਸੀਂ ਕੇਰਲਾ ਜਾਵਾਂਗੇ। ਇਸੇ ਤਰ੍ਹਾਂ ਜਿੱਦਾਂ ਜਿਹਦੀ ਡਿਊਟੀ ਜਿੱਥੇ ਲੱਗੀ ਹੈ ਸਾਰੇ ਅਸੀਂ ਬੀਜੇਪੀ ਦੇ ਵਿਰੁੱਧ ਪ੍ਰਚਾਰ ਕਰਨ ਲਈ ਉਹਨਾਂ ਸਾਰਿਆਂ ਸੂਬਿਆਂ ਵਿੱਚ ਜਾਵਾਂਗੇ। ਬਹੁਤ ਬਹੁਤ ਤੁਸੀਂ ਕਹਿ ਦਿਓ। ਮਹਾਯੁੱਧ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਇੱਕ ਨਵਾਂ ਇਨਕਲਾਬ ਲਿਆਉਣ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਏ ਆ। ਤੁਸੀਂ ਐਕਟਿਵਲੀ ਦਿਲਚਸਪੀ ਲੈ ਕੇ ਇਸ ਸਾਰੇ ਮੈਸੇਜ ਨੂੰ, ਸੁਨੇਹੇ ਨੂੰ ਤੁਸੀਂ ਦੂਰ ਦਰਾਡੇ ਦੇਸ਼ ਵਿਦੇਸ਼ ਵਿੱਚ ਲਗਾਤਾਰ ਪਹੁੰਚਾਉਂਦੇ ਆ। ਮੈਂ ਮੀਡੀਆ ਦਾ ਇੱਕ ਵਾਰੀ ਫਿਰ ਬਹੁਤ ਧੰਨਵਾਦੀ ਹਾਂ। ਦੂਸਰੀ ਗੱਲ ਕਿ ਜੋ ਇੱਕ ਪਾਸੇ ਮੈਂ ਇਹ ਕਹੂੰਗਾ ਕਿ ਕਾਊਂਟਰ ਰੈਵੋਲੂਸ਼ਨਰੀ ਫੋਰਸਿਸ ਜਿਸ ਤਰੀਕੇ ਨਾਲ ਮੋਦੀ ਜੀ ਵੱਲੋਂ ਇੱਕ ਬੜੇ ਹੀ ਪਲਾਨ ਢੰਗ ਦੇ ਨਾਲ ਮਜ਼ਦੂਰਾਂ, ਕਿਸਾਨਾਂ, ਦਲਿਤਾਂ ਸਾਰਿਆਂ ਉੱਪਰ ਵੱਡੇ ਪੱਧਰ 'ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਔਰ ਕਰੋਨਾ ਦੀ ਆੜ ਦੇ ਵਿੱਚ ਜਿਸ ਤਰੀਕੇ ਨਾਲ ਇਹ ਕੀਤਾ ਗਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। 44 ਕਾਨੂੰਨ ਲੇਬਰ ਦੇ ਤੋੜ ਕੇ 4 ਲੇਬਰ ਕੋਡ ਤੁਸੀਂ ਬਣਾਤੇ ਆ ਜਿਹਦੇ ਵਿੱਚ ਸਿੱਧਾ ਕਾਰਪੋਰੇਟਾਂ ਨੂੰ ਖੁੱਲ੍ਹੀਆਂ ਛੁੱਟੀਆਂ ਦੇ ਦਿੱਤੀਆਂ ਔਰ ਇੱਕ ਪਾਸੇ ਪਾਰਲੀਮੈਂਟ ਦੇ ਅੰਦਰ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹੇ ਕਿ MSP ਰਹੀ ਹੈ, ਰਹੂਗੀ ਔਰ ਅੱਜ ਵੀ ਹੈ।
ਤੇ ਦੂਸਰੇ ਪਾਸੇ ਤੁਸੀਂ FCI ਨੂੰ ਕਹਿ ਕੇ ਸਿੱਧਾ ਦਾ ਸਿੱਧਾ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਅਸੀਂ ਖਾਤਿਆਂ ਦੇ ਵਿੱਚ ਪਾਵਾਂਗੇ? ਜਿਹੜੇ ਟੈਨੈਂਟ ਕਿੱਥੇ ਜਾਣਗੇ? ਜਿਹੜੇ ਕਿਰਾਏ ਤੇ ਜ਼ਮੀਨ ਲੈ ਕੇ ਕਰਦੇ ਆ, ਠੇਕੇ ਤੇ ਜ਼ਮੀਨ ਲੈ ਕੇ ਕਰਦੇ ਆ, ਉਹ ਕਿੱਥੇ ਜਾਣਗੇ? ਔਰ ਜਿਹੜੇ ਬਾਕੀ ਆੜਤੀਆ ਦਾ ਸਿਸਟਮ ਆ ਉਹ ਕਿੱਥੇ ਜਾਊਗਾ? ਮੰਡੀਆਂ ਖਤਮ ਕਰਨ ਵੱਲ ਚੱਲੇ। ਮੈਂ ਤੁਹਾਨੂੰ ਕਹਿਣਾ ਇਹ ਚਾਹੁੰਦਾ ਆ ਵੀਰੋ ਕਿ ਇਸ ਲੜਾਈ ਨੂੰ ਸਿਰਫ ਕਿਸਾਨਾਂ ਦੀ ਲੜਾਈ ਤੱਕ ਸੀਮਿਤ ਹੋ ਕੇ ਨਾ ਦੇਖੋ। ਇਹ ਹਰ ਉਸ ਵਿਅਕਤੀ, ਵੀਰ, ਭੈਣ, ਭਰਾ ਦੀ ਲੜਾਈ ਹੈ। ਜਿਸ ਤਰ੍ਹਾਂ ਤੁਸੀਂ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵੇਲੇ ਵੱਡੇ ਪੱਧਰ ਤੇ ਕੁਰਬਾਨੀਆਂ ਦਿੱਤੀਆਂ, ਪੰਜਾਬ ਔਰ ਪੱਛਮੀ ਬੰਗਾਲ ਨੇ ਖਾਸ ਤੌਰ ਤੇ ਕੁਰਬਾਨੀਆਂ ਦਿੱਤੀਆਂ, ਇਹ ਇਤਿਹਾਸ ਹੈ। ਉਸੇ ਤਰੀਕੇ ਨਾਲ ਅੱਜ ਫਿਰ ਇਹ ਦੋ ਸਿਰੇ ਜਿਹੜੇ ਦੇਸ਼ ਦੇ ਆ, ਪੱਛਮੀ ਬੰਗਾਲ ਤੇ ਖਾਸ ਕਰਕੇ ਜਿਹੜਾ ਪੰਜਾਬ ਆ, ਉਹ ਵੱਡੇ ਪੱਧਰ ਤੇ ਇਸ ਗੱਲ ਦੇ ਉੱਤੇ ਇਸ ਆਜ਼ਾਦੀ ਦੀ ਜੰਗ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ। ਇਹ ਆਜ਼ਾਦੀ ਦੀ ਜੰਗ ਇਹਨਾਂ ਕਾਰਪੋਰੇਟਾਂ ਤੋਂ, ਇਹਨਾਂ ਇਸ ਕਿਸਮ ਦੇ ਪ੍ਰਾਈਵੇਟਾਈਜੇਸ਼ਨ ਦੇ ਯੁੱਗ ਤੋਂ, ਔਰ ਜਿਹੜੀ ਸਾਡੀ ਅਨਪੜ੍ਹਤਾ ਔਰ ਜਿਹੜੀ ਸਾਡੀ ਸਿਹਤ ਸੇਵਾਵਾਂ ਦੇ ਵਿੱਚ ਜਿੰਨਾ ਧਾਂਦਲੀ ਹੈ, ਉਹਨਾਂ ਸਾਰੀਆਂ ਗੱਲਾਂ ਤੋਂ ਇੱਕ ਵੱਡਾ ਮਹਾਜ ਜਿਹੜਾ ਕਿਸਾਨਾਂ ਦੀ ਲੀਡਰਸ਼ਿਪ ਵਿੱਚ, ਜਿਹੜੇ ਕਿ ਬਹੁਤ ਹੀ ਸੂਝ-ਬੂਝ ਦੇ ਨਾਲ ਅੱਜ ਤੱਕ ਇਸ ਮੂਵਮੈਂਟ ਨੂੰ ਅੱਗੇ ਵਧਾ ਰਹੇ ਆ, ਔਰ ਉਹ ਚੱਲ ਪਿਆ। ਔਰ ਇਸ ਮੈਨੂੰ ਚੰਗੀ ਖਬਰ ਮੈਂ ਤੁਹਾਨੂੰ ਇਹ ਦਿੰਦਾ ਆ ਕਿ ਸਮੁੱਚੇ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਵੱਡਾ ਹੰਗਾਰਾ ਆ। ਮੈਂ ਹੁਣੇ ਮੈਨੂੰ ਪੱਛਮੀ ਬੰਗਾਲ ਤੋਂ 2 ਫੋਨ ਆਏ ਆ, ਉੱਥੇ ਇੰਨੇ ਵੱਡੇ ਪੱਧਰ ਤੇ ਆਲਰੇਡੀ ਲੋਕ ਉਤਸ਼ਾਹਿਤ ਹੈਗੇ ਆ। ਔਰ ਇਸ ਤਰੀਕੇ ਨਾਲ ਜਿਵੇਂ ਰਾਜੇਵਾਲ ਜੀ ਨੇ ਦੱਸਿਆ ਕਿ ਮੈਨੂੰ ਲੱਗਦਾ ਕਿ ਮੋਦੀ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਪੁੱਠੇ ਮੂੰਹ ਉਹ ਬੰਗਾਲੀ ਸੁੱਟਣ ਲਈ ਇਸ ਵੇਲੇ ਉੱਥੇ ਦੀ ਬੰਗਾਲ ਦੀ ਧਰਤੀ ਤੇ ਤਿਆਰ ਆ। ਅਸੀਂ ਇਸੇ ਉਮੀਦ ਦੇ ਨਾਲ ਉੱਥੇ ਚੱਲੇ ਆ ਔਰ ਆਪਣਾ ਜਿਹੜਾ ਸੁਨੇਹਾ ਦੇਣ ਚੱਲੇ ਆ। ਬਹੁਤ ਬਹੁਤ ਧੰਨਵਾਦ। ਹਾਂ, ਮੈਂ ਦੇ ਰਿਹਾ ਸਵਾਲ ਦਾ ਜਵਾਬ। ਇਸ 15 ਤਾਰੀਖ ਨੂੰ ਜਿਹੜੀਆਂ ਜਿੰਨੀਆਂ ਐਮਪਲਾਈਜ਼ ਦੀਆਂ, ਵਪਾਰੀਆਂ ਦੀਆਂ ਫੈਡਰੇਸ਼ਨਸ ਨੇ, ਉਹਨਾਂ ਨਾਲ ਮਿਲ ਕੇ ਅਸੀਂ ਪ੍ਰਾਈਵੇਟਾਈਜੇਸ਼ਨ ਦਾ ਵਿਰੋਧ ਕਰਨ ਜਾ ਰਹੇ ਹਾਂ 15 ਤਾਰੀਖ ਨੂੰ। ਤੇ 19 ਤਾਰੀਖ ਨੂੰ ਜਿਹੜੇ ਇਹਨਾਂ ਨੇ ਮੰਡੀ ਤੋੜਨ ਵਾਸਤੇ FCI ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਪੰਜਾਬ ਦੇ ਵਿੱਚ ਵੀ ਤੁਸੀਂ ਜ਼ਮੀਨ ਦੇ ਨੰਬਰ ਦਿਓ ਤਾਂ ਉਹ ਤੋਂ ਬਾਅਦ ਤੁਹਾਨੂੰ ਪੇਮੈਂਟ ਮਿਲੇਗੀ, ਆਪਣੇ ਆਪ ਨੂੰ ਰਜਿਸਟਰ ਕਰਾਓ। ਉਹਦੇ ਵਿਰੋਧ ਵਿੱਚ ਅਸੀਂ ਕਿਹਾ ਸਾਰੇ ਪੰਜਾਬ ਦੀਆਂ ਨਹੀਂ, ਸਾਰੇ ਦੇਸ਼ ਦੀਆਂ ਮੰਡੀਆਂ ਵਿੱਚ ਜਿਹੜੇ ਆੜਤੀ ਨੇ, ਪੱਲੇਦਾਰ ਨੇ, ਮੁਨੀਮ ਨੇ, ਕਿਸਾਨ ਨੇ, ਉਹ ਆਪੋ ਆਪਣੀ ਮੰਡੀ ਵਿੱਚ ਆਪੋ ਆਪਣੇ ਢੰਗ ਨਾਲ ਵਿਰੋਧ ਕਰਨਗੇ। ਤੇ 26 ਤਾਰੀਖ ਨੂੰ ਭਾਰਤ ਬੰਦ ਹੋਏਗਾ ਇਹ ਸਾਰੇ ਕੁਝ ਦੇ ਖਿਲਾਫ, ਕਿਉਂਕਿ ਜਿਸ ਤਰ੍ਹਾਂ ਦਾ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਉਹਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਸਭ ਕੁਝ ਪ੍ਰਾਈਵੇਟ ਕਰਨ ਜਾ ਰਹੀ ਹੈ ਔਰ ਸਿਰਫ 4 ਮਹਿਕਮੇ ਰੱਖਣਗੇ ਉਹ ਆਪਣੇ ਕੋਲ। ਉਹਨਾਂ ਨੇ ਤੈਅ ਕਰ ਲਿਆ ਭਈ ਕੋਈ ਵੀ ਜਿਹੜੇ ਸਰਕਾਰੀ ਕੰਪਨੀਆਂ ਨੇ ਉਹ ਸਭ ਪ੍ਰਾਈਵੇਟ ਕਰ ਦੇਣੀਆਂ। ਤੇ ਜਿਹੜੇ ਲੇਬਰ ਕਲਾਸ ਹੈ ਉਹਨਾਂ ਦੇ ਵਰਕਿੰਗ ਆਵਰਸ 8 ਤੋਂ ਵਧਾ ਕੇ 12 ਘੰਟੇ ਕਰ ਦਿੱਤੇ। ਉਹਨਾਂ ਦੇ ਬਹੁਤ ਸਾਰੇ ਹੱਕ ਜਿਹੜੇ ਸੀ ਕੋਰਟ 'ਚ ਜਾਣ ਦੇ, ਲੇਬਰ ਕੋਰਟ ਜਾਣ ਦੇ, ਉਹ ਖੋਹ ਲਏ। ਇਸ ਤਰ੍ਹਾਂ ਦੇ ਫੈਸਲੇ ਸਾਰੇ ਕੀਤੇ ਹੋਏ ਹੈ ਮੋਦੀ ਸਰਕਾਰ ਨੇ, ਜਿਹਦੇ ਨਾਲ ਕਾਰਪੋਰੇਟਸ ਨੂੰ ਕੋਈ ਦਿੱਕਤ ਨਾ ਆਵੇ। ਸਾਰਾ ਕੁਝ ਕਾਰਪੋਰੇਟਸ ਦੇ ਹਵਾਲੇ ਕਰਨ ਜਾ ਰਹੇ ਨੇ ਦੇਸ਼ ਦਾ। ਤਾਂ ਇਹਦੇ ਲਈ ਅਸੀਂ ਸਾਰੇ ਆਮ ਸ਼ਹਿਰੀਆਂ ਨੂੰ ਵੀ ਅਪੀਲ ਕਰਾਂਗੇ ਵੀ ਜਿੰਨੀ ਦੇਰ ਤੱਕ ਸਾਰਾ ਦੇਸ਼ ਬਾਹਰ ਨਹੀਂ ਨਿਕਲੇਗਾ, ਮੋਦੀ ਸਰਕਾਰ ਦੇ ਇਹਨਾਂ ਕਾਰਨਾਮਿਆਂ ਨੂੰ ਠੱਲ ਨਹੀਂ ਪਏਗੀ। ਸਾਰਿਆਂ ਨੂੰ ਬਾਹਰ ਨਿਕਲ ਕੇ ਸਾਥ ਦੇਣਾ ਚਾਹੀਦਾ। ਇੱਕ ਤਾਂ 5 ਜਿਹੜੀਆਂ ਸਟੇਟਾਂ ਚੋਣ ਹੋ ਰਹੀ ਹੈ ਤਾਂ ਅਸੀਂ ਜਾ ਹੀ ਰਹੇ ਹਾਂ। ਇਹ ਤੋਂ ਬਿਨਾਂ ਪਿਛਲੇ ਜਿਹੜੇ ਹੁਣ ਤੱਕ, ਕਿਉਂਕਿ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ, ਫਿਰ ਹਰਿਆਣਾ ਇਹਦੇ ਵਿੱਚ ਜੁੜਿਆ, ਉਹਦੇ ਬਾਅਦ UP, ਉੱਤਰਾਖੰਡ, ਰਾਜਸਥਾਨ, ਨੇੜੇ ਦੀਆਂ ਸਟੇਟਾਂ ਸਾਰੀਆਂ ਜਿਹੜੀਆਂ ਉੱਥੇ ਬੈਠੀਆਂ ਨੇ ਧਰਨੇ ਤੇ, ਇਹ ਜੁੜੀਆਂ। ਤੇ ਇਹ ਵੀ ਅਸਲੀਅਤ ਹੈ ਵੀ ਉਹਦੇ ਬਾਅਦ ਵੱਧਦਾ ਇਹ ਅੰਦੋਲਨ ਅੱਜ 21 ਰਾਜਾਂ ਵਿੱਚ ਫੈਲ ਗਿਆ। ਬੜਾ ਐਕਟਿਵਲੀ ਲੋਕ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ। ਤੇ ਇੱਕ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ, ਇਤਿਹਾਸ ਹੈ ਸਾਡਾ। ਪਤਾ ਨਹੀਂ ਕੁਦਰਤ ਵਾਲੇ ਨੇ ਕਿੱਦਾਂ ਲਿਖਿਆ, ਹਰ ਅੰਦੋਲਨ ਦੀ ਸ਼ੁਰੂਆਤ ਪੰਜਾਬ 'ਚੋਂ ਹੁੰਦੀ ਹੈ। ਆਜ਼ਾਦੀ ਦੀ ਲੜਾਈ ਪੰਜਾਬ 'ਚੋਂ ਸਭ ਤੋਂ ਵੱਧ ਕੁਰਬਾਨੀਆਂ, ਐਮਰਜੈਂਸੀ ਦੇ ਖਿਲਾਫ ਅਸੀਂ ਲੜੇ। ਹੁਣ ਇਸ ਅੰਦੋਲਨ ਦਾ ਮੁੱਢ ਵੀ ਵੱਜਾ ਤਾਂ ਪੰਜਾਬ 'ਚੋਂ ਵੱਜਾ ਤੇ ਬਾਕੀ ਲੋਕ ਨਾਲ ਸ਼ਾਮਲ ਹੁੰਦੇ ਗਏ। ਤੇ ਅਸੀਂ ਬੰਗਾਲ ਦੇ ਲੋਕਾਂ ਨੂੰ ਇਹ ਵੀ ਕਹਿਣ ਵਾਲੇ ਹਾਂ ਵੀ ਜਦੋਂ ਆਜ਼ਾਦੀ ਦੀ ਲੜਾਈ ਹੋਈ ਸਹੀ ਮਾਅਨਿਆਂ ਵਿੱਚ ਪੰਜਾਬ ਤੇ ਬੰਗਾਲ ਨੇ ਲੜੀ। ਪੰਜਾਬ ਔਰ ਬੰਗਾਲ ਦੇ ਲੋਕ ਸੀ ਜਿਨ੍ਹਾਂ ਦੀ ਕੱਟ-ਵੱਢ ਹੋਈ। ਅਸੀਂ ਆਪੋ ਵਿੱਚ ਹੀ ਭਰਾਵਾਂ ਨੂੰ, ਜਿਹੜੇ ਬੰਗਲਾਦੇਸ਼ 'ਚ ਗਏ, ਪਾਕਿਸਤਾਨ 'ਚ ਗਏ, ਉਹ ਵੱਡੇ, ਜਿਹੜੇ ਉੱਧਰੋਂ ਆਏ ਉਹਨਾਂ ਨੇ ਵੱਢਿਆ। ਤੋ ਆਜ਼ਾਦੀ ਦੀ ਲੜਾਈ ਸਭ ਤੋਂ ਵੱਡਾ ਹਿੱਸਾ ਇਹਨਾਂ ਦੋਨਾਂ ਰਾਜਾਂ ਦਾ ਸੀ। ਤੇ ਹੁਣ ਵੀ ਇਸ ਅੰਦੋਲਨ ਵਿੱਚ ਅਸੀਂ ਉਮੀਦ ਕਰਾਂਗੇ ਵੀ ਇਹ ਦੋਵੇਂ ਰਾਜ ਫਿਰ ਅਹਿਮ ਰੋਲ ਅਦਾ ਕਰਨਗੇ। ਸਾਰੀਆਂ ਸਟੇਟਾਂ ਵਿੱਚ ਅਸੀਂ ਕਿਸਾਨਾਂ ਨੂੰ ਤਾਂ ਅਪੀਲ ਕਰਨੀ ਹੈ, ਆਮ ਲੋਕਾਂ ਨੂੰ ਜਿਸ ਤਰ੍ਹਾਂ ਦਾ ਹੁਣ ਲੇਟੈਸਟ ਆਈ ਜਾ ਰਿਹਾ ਬਾਹਰ
ਜੋ ਕੁਝ ਮੋਦੀ ਸਰਕਾਰ ਕਰਨ ਜਾ ਰਹੀ ਹੈ, ਕਿਸੇ ਵਰਗ ਨੂੰ ਬਖਸ਼ਣਾ ਨਹੀਂ ਇਹਨਾਂ ਨੇ। ਤੋ ਇਸ ਲਈ ਅਸੀਂ ਸਾਰੇ ਦੇਸ਼ ਵਿੱਚ ਜਾਵਾਂਗੇ, ਭਾਵੇਂ ਸਾਨੂੰ ਸਪੋਰਟ ਮਿਲਦੀ ਹੈ। ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਟੀਮਾਂ ਬਣਾ ਕੇ ਹਰ ਰਾਜ ਵਿੱਚ ਜਾ ਕੇ ਲੋਕਾਂ ਨੂੰ ਵੱਡੀਆਂ ਰੈਲੀਆਂ ਕਰਕੇ ਇਹ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਹਾਂਗੇ। ਰਾਜੇਵਾਲ ਸਾਹਿਬ, ਮੋਦੀ ਸਰਕਾਰ ਵੱਡਾ ਦੋਸ਼ ਲਾ ਰਹੀ ਹੈ ਵੀ ਕਿਸਾਨ ਜਥੇਬੰਦੀਆਂ ਸਿਆਸਤਕਾਰੀਆਂ ਨੇ ਇਹ ਮੋਦੀ ਨੂੰ ਡੀਫੇਮ ਕਰ ਰਹੀਆਂ ਨੇ। ਇਹਨਾਂ ਵਿੱਚ ਕਾਮਰੇਡ ਨੇ, ਉਹਨਾਂ ਦਾ ਕੰਮ ਹੀ ਇਹੀ ਹੈ ਵੀ ਸਰਕਾਰਾਂ ਵਿਰੁੱਧ ਲੜਨਾ। ਜਦੋਂ ਤੁਸੀਂ ਕੋਲਕਾਤਾ ਜਾਓਗੇ ਜਾਂ ਤੁਸੀਂ ਬਿਹਾਰ ਜਾਓਗੇ, ਉੱਥੇ ਜਾ ਕੇ ਕਹੋਗੇ ਕਿ ਬੀਜੇਪੀ ਨੂੰ ਵੋਟ ਨਾ ਪਾਓ, ਉਹਦਾ ਅਰਥ ਇਹੀ ਹੈ ਵੀ ਤੁਸੀਂ ਕਿਸੇ ਹੋਰ ਦੀ ਸਪੋਰਟ ਕਰ ਰਹੇ ਜਾਂ ਕੋਈ ਹੋਰ ਜਿੱਤੇਗਾ ਤੇ ਲੱਗੂਗਾ ਨਹੀਂ ਕਿ ਤੁਹਾਡੇ ਤੇ ਪੱਕੀ ਸਟੈਂਪ ਲੱਗੇ ਵੀ ਦੇਖ ਲਓ ਇਹ ਤਾਂ ਹੁਣ ਵੋਟਾਂ ਵੀ ਮੰਗ ਰਹੇ ਨੇ ਤੇ ਸਿਆਸਤ ਕਰ ਰਹੇ ਨੇ। ਨਹੀਂ, ਇਸ ਤਰ੍ਹਾਂ ਨਹੀਂ। ਅਸੀਂ ਕਿਸੇ ਪਰਟੀਕੂਲਰ ਕੈਂਡੀਡੇਟ, ਕਿਸੇ ਪਾਰਟੀ ਵਾਸਤੇ ਵੋਟ ਨਹੀਂ ਮੰਗਾਂਗੇ। ਉੱਥੇ 3-4 ਪਾਰਟੀਆਂ ਹੋਰ ਵੀ ਹੋ ਸਕਦੀਆਂ। ਅਸੀਂ ਸਿਰਫ ਤੇ ਸਿਰਫ ਬੀਜੇਪੀ ਦਾ ਵਿਰੋਧ ਕਰਨ ਲਈ ਜਾਵਾਂਗੇ। ਇੱਕ ਤਾਂ ਇਹ ਬੜੀ ਸਾਫ਼ ਗੱਲ ਹੈ। ਬਾਕੀ ਮੋਦੀ ਸਰਕਾਰ ਦੇ ਕੋਲ ਕਹਿਣ ਲਈ ਕੁਝ ਨਹੀਂ। ਉਹ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਇਹ ਕਾਨੂੰਨਾਂ ਦੇ ਸੰਬੰਧ 'ਚ ਬਾਰ-ਬਾਰ, ਇੱਕ ਵਾਰ ਨਹੀਂ 3-4 ਵਾਰ ਅਸੀਂ ਕਲੌਜ਼ ਬਾਈ ਕਲੌਜ਼ ਬਹਿਸ ਕੀਤੀ ਤੇ ਹਰ ਕਲੌਜ਼ ਦੀ ਬਹਿਸ ਤੋਂ ਬਾਅਦ ਉਹ ਕਹਿੰਦੇ ਸੀ ਅੱਛਾ ਇਹਦੇ 'ਚ ਇਹ ਅਮੈਂਡਮੈਂਟ ਕਰ ਦਿੰਦੇ ਆ। ਅਗਲੀ ਵਾਰੀ ਹੋਰ ਅਗਲੀ ਕਲੌਜ਼ 'ਤੇ ਹੋਈ ਅੱਛਾ ਇਹਦੇ 'ਚ ਇਹ ਅਮੈਂਡਮੈਂਟ ਕਰ ਦਿੰਦੇ ਆ। ਤੇ ਸਾਡਾ ਕਹਿਣਾ ਸੀ ਜੇ ਇੰਨੀਆਂ ਅਮੈਂਡਮੈਂਟਾਂ ਹੀ ਕਰਨੀਆਂ ਨੇ ਫਿਰ ਇਹਦੇ ਵਿੱਚ ਹੈ ਕੁਝ ਨਹੀਂ ਤਾਂ ਇਹਨੂੰ ਵਾਪਸ ਕਿਉਂ ਨਹੀਂ ਲੈਂਦੇ। ਅੱਜ ਉਹਨਾਂ ਨੇ ਇਹਨੂੰ ਇੱਜ਼ਤ ਦਾ ਸਵਾਲ ਬਣਾਇਆ ਕਿਉਂਕਿ ਅੱਜ ਤੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਵੀ ਕਾਨੂੰਨ ਨਹੀਂ ਜਿਹੜਾ ਬਣਦੇ ਸਾਰੇ ਰਿਪੀਲ ਕਰਨ ਦੀ ਮੰਗ ਉੱਠੀ ਹੋਵੇ। ਇਹ ਪਹਿਲੀ ਵਾਰੀ ਹੋਇਆ। ਪਹਿਲੀ ਵਾਰੀ ਇਹ ਕਾਨੂੰਨ ਨੇ ਜਿਨ੍ਹਾਂ ਦੇ ਖਿਲਾਫ ਇੱਕਦਮ ਆਵਾਜ਼ ਉੱਠੀ ਵੀ ਰਿਪੀਲ ਕੀਤੇ ਜਾਣ। ਅਮੈਂਡਮੈਂਟਸ ਵੀ 20-20, 30-30 ਸਾਲ, 50 ਸਾਲ ਬਾਅਦ ਹੁੰਦੀਆਂ ਨੇ। ਅਮੈਂਡਮੈਂਟਸ ਵੀ ਕਦੇ ਨਹੀਂ ਹੋਈਆਂ। ਇੱਥੇ ਤਾਂ ਰਿਪੀਲ ਕਰਨ 'ਤੇ ਗੱਲ ਆ ਗਈ। ਇਸ ਕਰਕੇ ਉਹਨਾਂ ਨੂੰ ਕੋਈ ਸਾਡੀ ਕਿਸੇ ਗੱਲ ਦਾ ਉਹਨਾਂ ਕੋਲ ਜਵਾਬ ਹੈ ਨਹੀਂ। ਝੂਠ ਬੋਲਣ ਦਾ ਉਹਨਾਂ ਨੇ ਪੂਰਾ ਹੀ ਠੇਕਾ ਲਿਆ ਔਰ ਇਹ ਮੇਰੇ ਕਹਿਣ ਵਾਲੀ ਗੱਲ ਨਹੀਂ। ਸਾਰੇ ਸਮਝਦੇ ਆ ਵੀ ਹਰ ਪੈਰ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਬੀਜੇਪੀ ਦਾ ਇੱਕ ਮੁੱਢਲਾ ਫਾਰਮੂਲਾ ਹੋ ਗਿਆ। ਰਾਜੇਵਾਲ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਨੂੰ ਤੁਸੀਂ ਸੱਤਾ ਜਾਣ ਤੋਂ ਰੋਕ ਲੈਂਦੇ ਹੋ ਤਾਂ ਕਿਸਾਨ ਅੰਦੋਲਨ ਦਾ ਸੁਨੇਹਾ ਤਕੜਾ ਜਾਊਗਾ ਤੇ ਉਹ 3 ਦਿਨ ਵਾਪਸੀ ਲਈ ਤੁਹਾਨੂੰ ਫਿਰ ਸੱਦਾ ਦੇਣਗੇ ਗੱਲਬਾਤ ਲਈ? ਪਹਿਲਾ ਤਾਂ ਇਹ। ਦੂਸਰਾ, ਪੱਛਮੀ ਬੰਗਾਲ ਨਾਲੋਂ ਹਰਿਆਣਾ ਜ਼ਿਆਦਾ ਨੇੜੇ ਸੀ। ਕੀ ਹਰਿਆਣਾ ਸਰਕਾਰ ਡੇਗਣ ਤੇ ਸੰਯੁਕਤ ਮੋਰਚੇ ਨੇ ਉਨੀ ਕੰਮ ਨਹੀਂ ਕੀਤਾ ਜਿਹਦਾ ਅਸਰ ਕੱਲ੍ਹ ਵੀ ਦਿਖਿਆ? ਨਹੀਂ, ਇਸ ਤਰ੍ਹਾਂ ਨਹੀਂ। ਹਰਿਆਣੇ ਦੇ ਵਿੱਚ ਲੋਕੀ ਜਿਹੜੇ ਐਮਐਲਏਜ਼ ਨੇ ਉਹਨਾਂ ਦੇ ਜਾ ਕੇ ਮੈਮੋਰੈਂਡਮ ਦਿੱਤੇ ਹੈ। ਜਿਹੜੇ ਲੀਡਰ ਸੀ ਉਹਨਾਂ ਦੇ ਘਰਾਂ ਦੇ ਅੱਗੇ ਲੰਬੇ ਧਰਨੇ ਦਿੱਤੇ ਹੈ ਤੇ ਜੇ ਉਹਨਾਂ ਨੇ ਨਹੀਂ ਸਾਥ ਦਿੱਤਾ ਤਾਂ ਉਹਦੀ ਸਜ਼ਾ ਲੋਕੀ ਜ਼ਰੂਰ ਦੇਣਗੇ। ਇਹਦੇ 'ਚ ਕੋਈ ਦੋ ਰਾਏ ਨਹੀਂ। ਲੋਕਾਂ ਦੇ ਵਿੱਚ ਗੁੱਸਾ ਵਧਿਆ। ਬਾਕੀ ਜਿੱਥੋਂ ਤੱਕ ਬੰਗਾਲ ਦਾ ਸਵਾਲ ਹੈ, ਸਾਨੂੰ ਲੱਗਦਾ ਵੀ ਕਿਉਂਕਿ ਉੱਥੇ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਆਲਰੇਡੀ ਬਹੁਤ ਸਰਗਰਮ ਹੋ ਚੁੱਕੀਆਂ ਔਰ ਉਹਨਾਂ ਨੇ ਆਪ ਇਹ ਪਲਾਨ ਕੀਤਾ ਵੀ ਤੁਸੀਂ ਸਾਨੂੰ 294 ਗੱਡੀਆਂ ਹਰੀ ਝੰਡੀ ਦੇ ਕੇ ਤੋਰੋ। 294 ਦੇ 294 ਹਲਕਿਆਂ 'ਚ ਲਿਟਰੇਚਰ ਅਸੀਂ ਉਹਨਾਂ ਨੂੰ ਭੇਜ ਦਿੱਤਾ ਹੋਇਆ। ਉਹ ਜਾ ਕੇ ਲੋਕਾਂ ਨੂੰ, ਕਿਸਾਨਾਂ ਨੂੰ ਵੰਡਣਗੇ। ਤੋਂ ਅਸੀਂ ਆਸ ਕਰਦੇ ਹਾਂ ਵੀ ਹੁੰਗਾਰਾ ਜਿਸ ਤਰ੍ਹਾਂ ਦਾ ਮਿਲ ਰਿਹਾ ਵੀ ਬੀਜੇਪੀ ਨੂੰ ਉੱਥੇ ਚੰਗਾ ਝਟਕਾ ਮਿਲੇਗਾ। ਨਿਰਾ ਉੱਥੇ ਨਹੀਂ, ਅਸੀਂ ਤਾਂ ਦੂਸਰੀਆਂ ਸਟੇਟਾਂ 'ਚ ਵੀ ਜਾ ਰਹੇ ਹਾਂ। ਰਾਜੇਵਾਲ ਸਾਹਿਬ, ਕੱਲ੍ਹ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਕਮੇਟੀ ਬਣਾਈ ਹੈ। ਜਿਹੜੀ 32 ਮੈਂਬਰੀ ਕਮੇਟੀ ਸੀ ਉਸਨੂੰ 9 ਮੈਂਬਰੀ ਕਰ ਦਿੱਤਾ ਹੈ। ਉਹਦੇ ਪਿੱਛੇ ਕੀ ਕਾਰਨ ਰਿਹਾ? ਨਹੀਂ, ਉਹਨੂੰ ਤੁਸੀਂ ਕਿਸੇ ਨੇ ਮਿਸਕੋਟ ਕੀਤਾ। ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਲਰੇਡੀ ਨੈਸ਼ਨਲ ਲੈਵਲ ਦੀ ਬਾਡੀ 'ਚ 7 ਮੈਂਬਰ ਸੀ। ਸਰ ਜੋਗਿੰਦਰ ਸਿੰਘ ਉਗਰਾਹਾਂ ਤੇ ਟਕੈਤ ਸਾਹਿਬ ਦੇ ਭਾਈ ਸਾਹਿਬ, ਉਹ ਯੁੱਧਵੀਰ ਟਕੈਤ, ਉਹ ਐਡ ਹਾਕ ਤੌਰ 'ਤੇ ਅਸੀਂ ਉਹਨਾਂ ਨੂੰ ਬੁਲਾਇਆ ਕਰਦੇ ਸੀ। ਉਹਨਾਂ ਨੂੰ ਰੈਗੂਲਰ ਕਰਕੇ 9 ਮੈਂਬਰੀ ਬਣੀ ਹੈ। ਕੋਈ ਐਸੀ ਨਹੀਂ ਵੀ ਕੋਈ ਨਵਾਂ ਕੁਝ ਕਰਤਾ। ਸਾਨੂੰ ਜਿਸ ਤਰ੍ਹਾਂ ਜਿਉਂ ਬਾਹਰਲੀਆਂ ਸਟੇਟਾਂ 'ਚੋਂ ਕੱਲ੍ਹ ਨੂੰ ਹੋਰ ਵੀ ਜਿਹੜੇ ਐਕਟਿਵਲੀ ਇੱਥੇ ਆ ਸਕਦੇ ਆ ਮੋਰਚੇ 'ਤੇ ਉਹਨੂੰ ਫਿਰ ਵੀ ਐਡ ਕਰ ਸਕਦੇ ਆ। ਪਰ ਇਹਦਾ ਜਿਸ ਤਰ੍ਹਾਂ ਕੱਲ੍ਹ ਕੋਟ ਕੀਤਾ ਗਿਆ ਕਿਸੇ ਵੱਲੋਂ, ਉਹ ਗਲਤ ਸੀ। ਸਵਾਲ ਇਹ ਹੈ ਕਿ ਤੁਸੀਂ ਇੱਕ ਤਾਂ ਇਹ ਹੈ ਜੀ ਤੁਸੀਂ ਜਿੰਨੇ ਕਿਸਾਨ ਆਗੂ ਆ 5 ਰਾਜਾਂ ਦੇ ਵਿੱਚ ਪ੍ਰਚਾਰ ਕਰਨ ਜਾ ਰਹੇ ਨੇ ਬੀਜੇਪੀ ਦੇ ਖਿਲਾਫ, ਕੀ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਬੀਜੇਪੀ ਨੂੰ ਹਰਾਉਣ ਵਾਸਤੇ ਉੱਥੇ ਦੀ ਜਿਹੜੀ ਇੱਕ ਵੱਡੀ ਪਾਰਟੀ ਦੀ ਜਿਹੜੀ ਬੀਜੇਪੀ ਦੇ ਖਿਲਾਫ ਲੜਾਈ ਲੜ ਰਹੀ ਹੈ? ਕਿਉਂਕਿ ਆਪਾਂ ਦਾ ਮੇਨ ਮੰਤਵ ਆ ਬੀਜੇਪੀ ਨੂੰ ਹਰਾਉਣਾ। ਤੁਸੀਂ ਇਹ ਕਹਿ ਰਹੇ ਵੀ ਅਸੀਂ ਉੱਥੇ ਕਹਾਂਗੇ ਵੀ ਬੀਜੇਪੀ ਨੂੰ ਛੱਡ ਕੇ ਜਿਹਨੂੰ ਮਰਜ਼ੀ ਵੋਟ ਪਾਓ। ਕੀ ਇਹ ਵੀ ਤਾਂ ਚਾਹੀਦਾ ਹੈ ਕਿ ਬੀਜੇਪੀ ਨੂੰ ਹਰਾਉਣ ਵਾਸਤੇ ਜਿਹੜੀ ਉੱਥੇ ਦੀ ਜੇਤੂ ਧਿਰ ਆ ਉੱਥੇ ਉਹਨਾਂ ਦਾ ਮੁਕਾਬਲਾ ਕੀਤਾ ਜਾਂਦਾ? ਨੰਬਰ 1 ਜੀ। ਨੰਬਰ 2, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਜਿਹੜੇ ਰਿਲਾਇੰਸ ਦੇ ਫੋਨ ਸੀਗੇ ਉਹ ਆਪਣੇ ਕੋਟ ਕਰਾ ਕੇ ਫੋਨ ਲਿੱਤੇ ਨੇ।
ਪਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦਾ ਜਿਹੜਾ ਪਾਵਰ ਕਾਮ ਆ ਉਹਨਾਂ ਨੇ ਇੱਕ ਆਪਣਾ ਸਰਕੂਲਰ ਜਾਰੀ ਕਰਤਾ ਹੈ। ਉਹ ਆਪਣੇ ਮੁਲਾਜ਼ਮਾਂ ਨੂੰ ਦੁਬਾਰਾ ਤੇ ਰਿਲਾਇੰਸ ਦੇ ਜਿਹੜੇ ਫੋਨ ਆ ਜੀਓ ਦੇ ਉਹ ਦੇਣ ਜਾ ਰਹੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਇਹ ਡਿਪਾਰਟਮੈਂਟ ਆ। ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਕ ਤਾਂ ਕੈਪਟਨ ਸਾਹਿਬ ਨੇ ਕੀ ਕੀਤੇ ਸੌਦੇ, ਅਸੀਂ ਤਾਂ ਉਹ ਤੋਂ ਪਹਿਲਾਂ ਤੋਂ ਹੀ ਸੰਤੁਸ਼ਟ ਨਹੀਂ। ਜਦੋਂ ਐਕਟ ਬਣ ਕੇ ਆਏ ਹੈ ਉਹਨਾਂ 'ਚ ਅਮੈਂਡਮੈਂਟ ਕੀਤੀ, ਉਹਨਾਂ ਨੂੰ ਰਿਜੈਕਟ ਉਦੋਂ ਨਹੀਂ ਕੀਤਾ। ਅਸੀਂ ਉਦੋਂ ਵੀ ਕਿਹਾ ਸੀ ਵੀ ਇਹ ਤੁਹਾਡੀ ਨੀਅਤ 'ਤੇ ਸਾਨੂੰ ਸ਼ੱਕ ਹੈ। ਇਸੇ ਤਰ੍ਹਾਂ ਜਿਹੜੇ ਇਹਦੇ ਜੀਓ ਦੇ ਹੈਗੇ ਨੇ ਉਹਨਾਂ ਨੇ ਕੋਈ ਸਮਝੌਤਾ ਕੀਤਾ ਹੈ ਅਤੇ ਕਿਸਾਨਾਂ ਨੂੰ ਉਹ ਤੋਂ ਕੋਈ ਬਹੁਤੀ ਆਸ ਨਹੀਂ। ਸਾਡੇ ਵਾਸਤੇ ਤਾਂ ਇਹ ਸਭ ਇੱਕੋ ਜਿਹੇ ਹੀ ਨੇ। ਤਾਂ ਅਗਲੀ ਗੱਲ, ਦੂਜਾ ਤੁਹਾਡਾ ਸਵਾਲ ਸੀ ਪੱਛਮੀ ਬੰਗਾਲ ਚ ਕਿ ਹਾਂ ਅਸੀਂ ਉੱਥੇ ਦੋ ਪਾਰਟੀਆਂ ਨੇ, ਲੈਫਟਿਸਟ ਵੀ ਨੇ ਉੱਥੇ, ਮਮਤਾ ਵੀ ਹੈ ਉੱਥੇ, ਬੀਜੇਪੀ ਹੈ। ਅਸੀਂ ਕਿਸੇ ਇੱਕ ਨਾਲ ਵੱਜੇ ਨਹੀਂ, ਅਸੀਂ ਕੋਈ ਖੁਦ ਪੋਲੀਟੀਕਲ ਗਰੁੱਪ ਨਹੀਂ। ਇਸ ਕਰਕੇ ਅਸੀਂ ਤਾਂ ਉੱਥੇ ਜਾ ਕੇ ਆਪਣਾ ਜੋ ਫੈਸਲਾ ਜਥੇਬੰਦੀਆਂ ਦਾ ਉਹਦੇ ਮੁਤਾਬਕ ਇਹੀ ਕਹਾਂਗੇ ਵੀ ਜਿਹਨੂੰ ਮਰਜ਼ੀ ਵੋਟ ਪਾ ਦਿਓ, ਪਰ ਬੀਜੇਪੀ ਨੂੰ ਨਾ ਵੋਟ ਪਾਓ। ਸਾਡਾ ਵਿਰੋਧ ਬੀਜੇਪੀ ਨਾਲ ਹੈ। ਰਾਜੇਵਾਲ ਜੀ, ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਇਸ ਵੇਲੇ, ਆਪਾਂ ਨੂੰ ਪਤਾ ਕਿ ਕੇਂਦਰ ਸਰਕਾਰ ਬਾਰ-ਬਾਰ ਇਹ ਕਹਿ ਰਹੀ ਹੈ ਕਿ ਤਿੰਨੇ ਖੇਤੀ ਕਾਨੂੰਨਾਂ 'ਚ ਸੋਧ ਕਰਵਾ ਲਓ, ਰੱਦ ਨਹੀਂ ਹੋਣਗੇ। ਬਹੁਤ ਲੰਬੇ ਸਮੇਂ ਤੋਂ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਮਨਾਂ 'ਚ ਸਵਾਲ ਹੈਗਾ ਕਿ ਕੀ ਕੋਈ ਗੱਲਬਾਤ ਦੇ ਅਸਾਰ ਹੈਗੇ ਇਸ ਵੇਲੇ ਜਾਂ ਲੰਬੇ ਸਮੇਂ ਦੀ ਗੱਲਬਾਤ ਡੈਡਲੌਕ ਹੈ? ਦੇਖੋ, ਫਿਰ ਉੱਥੇ ਮੈਂ ਉਹੀ ਅਰਜ਼ ਕਰਾਂ, ਕਹਿਣ ਨੂੰ ਤਾਂ ਬੀਜੇਪੀ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਵੀ ਇੱਕ ਕਾਲ ਦੀ ਦੂਰੀ 'ਤੇ ਆ ਗੱਲਬਾਤ ਲਈ। ਸਾਨੂੰ ਉਹ ਨੰਬਰ ਨਹੀਂ ਲੱਭਦਾ ਕਿਹੜੇ ਨੰਬਰ 'ਤੇ ਕਿਸਾਨ ਟੈਲੀਫੋਨ ਕਰਨ। ਤੋ ਜੇ ਕਿਤੇ ਮਿਲ ਜੇ ਤਾਂ ਅਸੀਂ ਉਹ ਟੈਲੀਫੋਨ ਦੀ ਘੰਟੀ ਵੱਜਣੋਂ ਨਹੀਂ ਹਟਣੀ। ਦੂਸਰੀ ਗੱਲ, ਸਰਕਾਰ ਸਮਝਦੀ ਹੈ ਵੀ ਉਹਨੇ ਇਹ ਕਾਨੂੰਨ ਗਲਤ ਬਣਾ ਲਏ, ਉਹਨਾਂ ਨੂੰ ਇਹਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ। ਇਸ ਕਰਕੇ ਰਾਜ ਹੱਟ 'ਚ ਫਸੇ ਹੋਏ ਬੈਠੇ ਹੈ। ਅਸੀਂ ਆਪਣਾ ਕੇਸ ਠੀਕ ਸਾਬਤ ਕਰ ਚੁੱਕੇ ਹਾਂ ਔਰ ਅਸੀਂ ਉਦੋਂ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਉਹ ਕਾਨੂੰਨ ਵਾਪਸ ਨਹੀਂ ਹੁੰਦਾ। ਰਾਜੇਵਾਲ ਸਾਹਿਬ, ਤੁਸੀਂ ਕਲਕੱਤੇ ਜਾ ਰਹੇ ਹੈਗੇ, ਕਾਦੀਆਂ ਜੀ ਵੀ ਨਾਲ ਜਾ ਰਹੇ ਨੇ, ਹੋਰ ਤੁਹਾਡੇ ਜਿਹੜੇ ਕਿਸਾਨ ਆਗੂ ਨੇ ਉਹ ਮਾਂ ਪੰਚਾਇਤਾਂ ਦੇ ਵਿੱਚ ਆ ਰਹੇ ਨੇ। ਜੇਕਰ ਗੱਲ ਕਰੀਏ ਪਿੱਛੇ ਦੀ ਸਿੰਗੂ ਬਾਰਡਰ ਦੀ, ਟਿਕਰੀ ਬਾਰਡਰ ਦੀ, ਤਾਂ ਕਿਸੇ ਦੇ ਪਿੱਛੇ ਜ਼ਿੰਮੇਵਾਰੀ ਵੀ ਲਾ ਕੇ ਜਾ ਰਹੇ ਹੋ ਕਿ ਜੇਕਰ ਕੁਝ ਹੁੰਦਾ ਤਾਂ ਉਹ ਲੋਕ ਜਿਹੜੇ ਹੈਗੇ ਨੇ ਉਹ ਦੇਖਣਗੇ, ਕਿਉਂਕਿ ਕਾਦੀਆਂ ਦੇ ਵੀ ਜਿਸ ਤਰੀਕੇ ਨਾਲ ਮਰਕਜ਼ ਤੇ ਗੋਲੀਆਂ ਚੱਲੀਆਂ, ਹਮਲਾ ਹੋਇਆ ਸੀ, ਤਾਂ ਪਿੱਛੋਂ ਕੌਣ ਇਸ ਮੋਰਚੇ ਨੂੰ ਦੇਖੂਗਾ, ਕੌਣ ਕਿਹਦੀ ਜ਼ਿੰਮੇਵਾਰੀ ਲਾ ਕੇ ਜਾ ਰਿਹਾ? ਨਹੀਂ, ਡਾਕਟਰ ਦਰਸ਼ਨਪਾਲ ਹੋਰੀ 5-6 ਲੀਡਰਸ ਇੱਥੇ ਛੱਡੇ ਹੈ। ਇੱਦਾਂ ਨਹੀਂ ਅਸੀਂ ਸੁਣਨਾ ਨਹੀਂ ਸਾਰਾ ਕਿਸੇ ਮੋਰਚੇ ਨੂੰ ਛੱਡਿਆ। ਟਿਕਰੀ ਨਹੀਂ, ਉਹ ਫਿਰ ਉਦੋਂ ਤੇ ਵਾਪਸ ਆ ਜਾਣਾ। ਇੱਕ ਟੀਮ ਜਿਹੜੀ ਪਹਿਲੀ ਗਈ ਹੋਈ ਹੈ ਬੰਗਾਲ 'ਚ ਉਹਨੇ ਵਾਪਸ ਆ ਜਾਣਾ। ਇਨ ਦਾ ਮੀਨ ਟਾਈਮ ਇੱਕ ਟੀਮ ਆਸਾਮ ਗਈ ਹੋਈ ਹੈ, ਉਹਨੇ ਵਾਪਸ ਆ ਜਾਣਾ। ਇਹ ਰੋਟੇਸ਼ਨ ਹੈ, ਅਸੀਂ ਕੋਈ ਮੋਰਚਾ ਸੁਣਨਾ ਛੱਡਣ ਵਾਲੇ ਨਹੀਂ। ਇੱਕ ਪਾਸੇ ਤੁਸੀਂ ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਵੀ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਕਰਨੀ ਹੈ, ਆਪਣੇ ਥੜੇ ਤੇ ਇਹਨੂੰ ਨਹੀਂ ਲਿਆਉਣਾ। ਦੂਸਰੇ ਪਾਸੇ ਸਰਕਾਰ ਵੀ ਐਲੀਗੇਸ਼ਨ ਲਾ ਰਹੀ ਹੈ, ਰਵਨੀਤ ਬਿੱਟੂ ਵੀ ਐਲੀਗੇਸ਼ਨ ਲਾ ਰਿਹਾ। ਜੋਗਿੰਦਰ ਯਾਦਵ ਜਿਹੜਾ ਸਵਰਾਜ ਪਾਰਟੀ ਨੂੰ ਚਲਾਉਂਦਾ, ਸਿਆਸੀ ਪਾਰਟੀ ਨੂੰ ਚਲਾਉਂਦਾ, ਪਹਿਲਾਂ ਸਰਕਾਰ ਨੇ ਕਿਹਾ ਮੀਟਿੰਗ 'ਚ ਨਾ ਲਿਆਓ, ਤੁਸੀਂ ਮੰਨ ਗਏ। ਹੁਣ ਉਹ ਤਕਰੀਬਨ ਲੀਡ ਕਰਦੇ ਦਿਖਦੇ ਨੇ ਪ੍ਰੈਸ ਕਾਨਫਰੰਸ ਨੂੰ। ਕੀ ਮਜਬੂਰੀ ਹੈ ਕਿਸਾਨ ਜਥੇਬੰਦੀਆਂ ਦੀ ਵੀ ਸਰਕਾਰ ਜਦੋਂ ਐਲੀਗੇਸ਼ਨ ਲਾ ਰਹੀ ਉਹ ਸਿਆਸੀ ਲੀਡਰ ਨੂੰ ਕਿਉਂ ਨਾ ਲਿਆ ਜਾ ਰਿਹਾ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਵੀ ਉਹ ਲੀਡ ਕਰ ਰਹੇ ਨੇ। ਉਹ ਕੋਈ ਵੀ ਫੈਸਲਾ ਉਹਨਾਂ ਨੂੰ ਇਕੱਲਿਆਂ ਨੂੰ ਕੋਈ ਕਰਨ ਦਾ ਅਧਿਕਾਰ ਨਹੀਂ। ਬਕਾਇਦਾ 6-6 ਘੰਟੇ ਮੀਟਿੰਗਾਂ ਚੱਲਦੀਆਂ, ਉਹ ਤੋਂ ਬਾਅਦ ਜੋ ਫੈਸਲਾ ਹੁੰਦਾ ਨਹੀਂ, ਕਈ ਵਾਰੀ ਹੋ ਜਾਂਦਾ ਹੈ ਜੇ ਕੋਈ ਲੀਡਰ ਗੈਰ ਹਾਜ਼ਰ ਹੋਣ, ਉਹ ਐਡਰੈਸ ਕਰਦੇ ਆ। ਆਮ ਤੌਰ 'ਤੇ ਸਾਡਾ ਤਰੀਕਾ ਇਹ ਹੈ ਵੀ ਜਿਹੜੀ ਮੀਟਿੰਗ ਹੁੰਦੀ ਹੈ, ਜਿਹੜਾ ਉਸ ਦਿਨ ਦਾ ਪ੍ਰਧਾਨ ਹੁੰਦਾ ਉਹ ਮੇਨਲੀ ਐਡਰੈਸ ਕਰਦਾ, ਉਹਦੇ ਨਾਲ 2-4 ਹੋਰ ਬੈਠ ਜਾਂਦੇ ਨੇ, ਉਹੀ ਰੋਜ਼ ਪ੍ਰੈਸ ਨੂੰ ਐਡਰੈਸ ਕਰਦੇ ਨੇ। ਮੇਰਾ ਸਵਾਲ ਹੈ ਵੀ ਉਹ ਸਿਆਸੀ ਪਾਰਟੀ ਦਾ ਲੀਡਰ ਹੈ। ਨਹੀਂ, ਉਹ ਇੱਕ ਕਿਸਾਨ ਜਥੇਬੰਦੀ ਹੈ। ਐਗਜ਼ੈਕਟਲੀ ਮੈਂ ਇਹੀ ਕਹਿਣ ਲੱਗਾ ਸੀਗਾ, ਸੌਰੀ ਤੁਹਾਡੇ ਨਾਲ ਪਰਮਿਸ਼ਨ ਲੈ ਕੇ। ਉਹ ਸਵਰਾਜ ਇੰਡੀਆ ਦਾ ਤੇ ਹੈਗੇ ਹੀ ਆ, ਪ੍ਰਧਾਨ ਹੈਗੇ ਆ। ਉਹ ਜਿਹੜਾ ਜੈ ਕਿਸਾਨ ਅੰਦੋਲਨ ਹੈਗੇ ਆ, ਉਹਦੇ ਵਿੱਚ ਵੀ ਉਹ ਐਕਟਿਵਲੀ ਹੈਗੇ ਆ। ਤੇ ਜਦੋਂ ਇੱਥੇ ਪਾਰਟਿਸਿਪੇਟ ਕਰਦੇ ਆ, ਉਹ ਜੈ ਕਿਸਾਨ ਅੰਦੋਲਨ ਵੱਲੋਂ ਕਰਦੇ ਕਈ ਪਾਰਟੀਆਂ ਦੇ ਹੈਗੇ ਨੇ ਇਸ ਤਰ੍ਹਾਂ ਦੇ। ਕਹਿਣ ਦਾ ਮਤਲਬ ਤਾਂ ਹੈ ਵੀ ਜੇ ਸਿਆਸੀ ਹੋ ਜੁੜ ਗਏ ਨੇ ਤਾਂ ਆਖਰ ਉਹਨਾਂ ਦੀ ਸ਼ਮੂਲੀਅਤ ਤੇ ਵਾਰੀ-ਵਾਰੀ ਸਵਾਲ ਉੱਠਦੇ ਨੇ। ਨਹੀਂ, ਦੇਖੋ ਹੈਗੇ ਨੇ ਸਭ ਦੇ, ਪਰ ਕੁਝ ਲੋਕ ਐਕਟਿਵਲੀ ਕੰਮ ਕਰ ਰਹੇ ਨੇ, ਕੁਝ ਦਿਖਾਵੇ ਵਾਸਤੇ। ਰਵਨੀਤ ਬਿੱਟੂ ਕਿਉਂ ਲਗਾਤਾਰ ਕਿਸਾਨ ਅੰਦੋਲਨ ਤੇ ਬੋਲਦੇ ਨੇ? ਉਹ ਵਿਚਾਰਾ ਕੋਈ ਲੱਭਦਾ ਹੋਣਾ ਆਪਣੀ ਜ਼ਮੀਨ, ਹੋਰ ਉਹਦਾ ਕਸੂਰ ਨਹੀਂ। ਉਹ ਜ਼ਮੀਨ ਲੱਭਦੇ ਫਿਰਦੇ, ਆਪਣੀ ਜ਼ਮੀਨ ਲੱਭਦੇ ਫਿਰਦੇ। ਰਾਜੇਵਾਲ ਸਾਹਿਬ, ਮੇਰਾ ਵੀ ਸਵਾਲ। ਹਾਂਜੀ, ਹੁਕਮ ਜੀ। ਗੱਲ ਇਹ ਹੈ ਕਿ ਤੁਹਾਨੂੰ ਐਕਟਿਵ ਜਿਹੜਾ ਅੰਦੋਲਨ ਹੈ ਉਹਦੇ ਵਾਸਤੇ 4 ਮਹੀਨੇ ਹੋ ਚੁੱਕੇ ਨੇ। ਅਗਲੇ 6 ਮਹੀਨੇ ਹੋਰ ਅੰਦੋਲਨ ਚੱਲ ਵੀ ਸਕਦਾ, ਜਿੱਦਾਂ ਤੁਸੀਂ ਕਿਹਾ।
ਪੰਜਾਬ ਦੀ ਇਲੈਕਸ਼ਨ ਵਾਸਤੇ ਕੀ ਕਿਸਾਨ ਸੰਘਰਸ਼ ਮੋਰਚੇ ਨੇ ਜਾਂ ਸੰਯੁਕਤ ਮੋਰਚੇ ਨੇ ਕੋਈ ਪਲਾਨ ਬਣਾਇਆ ਆਪਣੀ ਵੱਖਰੀ ਪੋਲੀਟੀਕਲ ਪਾਰਟੀ ਖੜੀ ਕਰਨ? ਨਹੀਂ, ਇਹ ਸਵਾਲ ਹੀ ਮੈਂ ਐਗਰੀ ਨਹੀਂ ਕਰਦਾ। ਜਿਹੜਾ ਦਿਮਾਗ 'ਚ ਹੀ ਨਹੀਂ ਕਿਸੇ ਦੇ ਆਇਆ। ਅਸੀਂ ਸਿਰਫ ਅੰਦੋਲਨ ਤੱਕ ਸੀਮਤ ਹਾਂ। ਅੰਦੋਲਨ ਤੋਂ ਬਾਹਰ ਅਸੀਂ ਬਿਲਕੁਲ ਨਹੀਂ, ਸਾਰੀ ਟੋਟਲ ਕੰਸੈਂਟਰੇਸ਼ਨ ਅੰਦੋਲਨ ਤੇ ਹੈ। ਬਾਹਰਲੀਆਂ ਕਿਆਸ ਰਾਈਆਂ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੁਆਰਾ ਕਿਸਾਨੀ ਸੰਘਰਸ਼ ਨੂੰ ਤੇਜ਼ ਕਰਦਿਆਂ ਲਗਾਤਾਰ ਨਵੇਂ ਸੱਦੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਨੇ। ਹੁਣ ਇਸ ਦੇ ਚੱਲਦਿਆਂ ਹੀ 26 ਮਾਰਚ ਨੂੰ ਜਿਹੜੇ ਕਿਸਾਨੀ ਸੰਘਰਸ਼ ਤੇ ਕਿਸਾਨੀ ਅੰਦੋਲਨ ਦੇ 4 ਮਹੀਨੇ ਪੂਰੇ ਹੋ ਜਾਣੇ ਨੇ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਬਲਵੀਰ ਸਿੰਘ ਰਾਜੇਵਾਲ ਦੁਆਰਾ ਸ਼ਹਿਰੀ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਹੁਣ ਸ਼ਹਿਰਾਂ ਨੂੰ ਵੀ ਆਪਣੇ ਘਰਾਂ ਵਿੱਚੋਂ ਬਾਹਰ ਉੱਠ ਕੇ ਬਾਹਰ ਆਉਣਾ ਹੋਵੇਗਾ, ਕਿਉਂਕਿ ਜਦ ਤੱਕ ਪੂਰਾ ਦੇਸ਼ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਨਹੀਂ ਖੜਦਾ ਤਦ ਤੱਕ ਜਿੱਤ ਹੈ ਜਿਹੜੀ ਉਹ ਹਾਸਲ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਉਹਨਾਂ ਦੁਆਰਾ ਜਿਹੜੇ ਪੰਜਾਬ ਸਰਕਾਰ ਦੁਆਰਾ ਪਾਵਰਕੌਮ ਦੁਆਰਾ ਜਿਹੜਾ ਨਵਾਂ ਐਲਾਨ ਕੀਤਾ ਗਿਆ ਜੀਓ ਦੇ ਸਿੰਮਾਂ ਨੂੰ ਲੈ ਕੇ ਉਸ ਤੇ ਵੀ ਜਿਹੜਾ ਇੱਕ ਬਿਆਨ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਜਿਹੜੀ ਕਾਂਗਰਸ ਸਰਕਾਰ ਹੈ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਉਹਨਾਂ ਤੋਂ ਪਹਿਲਾਂ ਵੀ ਕਿਸਾਨੀ ਆਗੂ ਨੂੰ ਕੋਈ ਆਸ ਨਹੀਂ ਸੀ ਅਤੇ ਹੁਣ ਵੀ ਉਹਨਾਂ ਦੁਆਰਾ ਕੋਈ ਵੀ ਆਸ ਜਿਹੜੀ ਕੈਪਟਨ ਅਮਰਿੰਦਰ ਸਿੰਘ ਤੋਂ ਨਹੀਂ ਲਗਾਈ ਜਾਂਦੀ ਹੈ। ਇਸ ਦੇ ਨਾਲ ਹੀ ਬਲਵੀਰ ਸਿੰਘ ਰਾਜੇਵਾਲ ਸਮੇਤ ਜਿਹੜੇ ਹਰਮੀਤ ਸਿੰਘ ਕਾਦੀਆਂ ਨੇ BKO ਕਾਦੀਆਂ ਦੇ, ਉਹਨਾਂ ਦੁਆਰਾ ਵੀ ਨਵੇਂ ਐਲਾਨ ਅਤੇ ਜਿਹੜੇ ਅਹਿਮ ਜਿਹੜੇ ਐਲਾਨ ਕਿਸਾਨੀ ਮੋਰਚੇ ਨਾਲ ਸੰਬੰਧਿਤ ਉਹ ਕੀਤੇ ਗਏ ਨੇ। ਇਹ ਸਾਰੀ ਜਿਹੜੀ ਵਾਰਤਾ ਤੁਹਾਨੂੰ ਸੁਣਾਉਂਦੇ ਹਾਂ, ਦੇਖੋ ਇਹ ਵੀਡੀਓ। ਬੀਜੇਪੀ ਦੇ ਉਲਟ ਜਾਣ ਦਾ ਆਪਾਂ ਨੂੰ ਕਲੀਅਰ ਹੀ ਆ ਵੀ ਜਿਹੜੇ 3 ਲਾਅ ਬਣਾਏ ਨੇ ਉਹਨਾਂ ਦੇ ਵਿਰੋਧ 'ਚ ਅਸੀਂ ਬੈਠੇ ਆ। ਉਹ ਆਪਣੀ ਈਗੋ ਨਾਲ, ਡਿਕਟੇਟਰਸ਼ਿਪ ਨਾਲ ਸਾਡੇ ਤੇ ਕੋਈ ਫੈਸਲੇ ਤੇ ਨਹੀਂ ਉਤਰੇ। ਅੱਜ 47-48 ਦਿਨ ਹੋ ਗਏ, ਉਹਨਾਂ ਦੀ ਕੋਈ ਕਾਲ ਨਹੀਂ, ਕੋਈ ਮੀਟਿੰਗ ਨਹੀਂ। ਤੇ ਜਿਸ ਤਰ੍ਹਾਂ ਦਾ ਰਵੱਈਆ ਉਹ ਆਵਾਮ ਪ੍ਰਤੀ ਤੇ ਕਿਸਾਨਾਂ ਪ੍ਰਤੀ ਦਿਖਾ ਰਹੇ ਨੇ ਉਹ ਤੁਹਾਡੇ ਸਾਹਮਣੇ ਆ। ਤੇ ਇਸ ਕਰਕੇ ਅਸੀਂ ਇਹ ਸੋਚਿਆ ਵੀ ਜਿਵੇਂ ਆਪਾਂ ਪੰਜਾਬ 'ਚ ਪਹਿਲਾਂ ਐਜੀਟੇਸ਼ਨ ਕਰਕੇ ਇਹਨੂੰ ਦਿੱਲੀ ਦੇ ਬਰੋਹਾਂ ਤੱਕ ਲੈ ਕੇ ਗਏ, ਉਸ ਤੋਂ ਬਾਅਦ ਇਹਨੂੰ ਹੁਣ ਪ੍ਰਸਾਰ ਕਰਦੇ ਨਾਰਥ ਇੰਡੀਆ ਤੱਕ ਗਏ, ਹੁਣ ਆਪਾਂ ਪੂਰਾ ਇੰਡੀਆ ਕਵਰ ਕਰਨਾ ਵੀ ਜਿਹੜੀਆਂ ਵੀ ਇਹ ਲਾਅ ਨੇ ਇਹਨਾਂ ਦੇ ਅਗੇਂਸਟ ਲੋਕਾਂ ਨੂੰ ਅਵੇਅਰ ਕਰੀਏ ਤੇ ਉਹਨਾਂ ਨੂੰ ਦੱਸੀਏ ਵੀ ਇਹ ਲਾਅ ਕਿਸ ਤਰ੍ਹਾਂ ਦੇ ਤੁਹਾਡੇ ਨੁਕਸਾਨ ਕਰ ਸਕਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਜਨਰੇਸ਼ਨ ਦਾ, ਅਗਲੀ ਫਾਰਮਿੰਗ, ਅਗਲੀ ਸੋਸ਼ਲ ਸਿਸਟਮ ਤੇ ਇਕਨੋਮਿਕਲ ਸਿਸਟਮ ਸਾਰਾ ਚੇਂਜ ਕਰ ਸਕਦੇ ਨੇ। ਇਸ ਕਰਕੇ ਇਹਨੂੰ ਵਿਚਾਰ ਕਰਕੇ ਉਹਨਾਂ ਦੀ ਲੈਂਗੁਏਜ ਉੱਥੇ ਜਾ ਕੇ ਪ੍ਰਚਾਰ, ਲੈਂਗੁਏਜ ਜਿਹੜਾ ਡਿਫਰੈਂਸਿਸ ਆ ਸਾਊਥ ਦਾ, ਵੈਸਟ ਬੰਗਾਲ ਦਾ, ਉਹ ਆਪਾਂ ਕਵਰ ਕਰਨਾ। ਉੱਥੋਂ ਤੋਂ ਬੰਦੇ ਜਿਹੜੇ ਸਾਡੇ ਟਰਾਂਸਲੇਟ ਕਰਨਗੇ ਤੇ ਬਰਾਬਰ ਉੱਥੇ ਫਿਜ਼ੀਕਲ ਫਾਰਮ 'ਚ ਪ੍ਰੈਜ਼ੈਂਟ ਹੋ ਕੇ ਅਸੀਂ ਆਪਦੀ ਪੰਜਾਬ ਦੀ ਜਾਂ ਹਰਿਆਣਾ ਦੀ, ਨਾਰਥ ਇੰਡੀਆ ਦੀ ਪ੍ਰੈਜੈਂਟੇਸ਼ਨ ਕਰਾਂਗੇ ਵੀ ਕਿਸਾਨ ਇੱਥੇ ਕਿੱਡੇ ਲੈਵਲ ਦੇ ਉੱਤੇ ਬੈਠੇ ਨੇ, ਜਿਹੜਾ ਕਿ ਸਾਡਾ ਮੀਡੀਆ ਕਵਰ ਨਹੀਂ ਕਰ ਰਿਹਾ। ਨੈਸ਼ਨਲ ਮੀਡੀਆ ਤੁਸੀਂ ਬਹੁਤ ਸਾਥ ਦਿੱਤਾ ਪਰ ਨੈਸ਼ਨਲ ਮੀਡੀਆ ਕਵਰ ਨਹੀਂ ਕਰ ਰਿਹਾ, ਉਹਨੂੰ ਕਵਰ ਕਰਨ ਦੀ ਸਾਡੀ ਕੋਸ਼ਿਸ਼ ਹੈ। ਬਿਲਕੁਲ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਆਨਸਰ ਦੇਣਾ ਚਾਹੁੰਦਾ ਇਹ ਚੀਜ਼ ਦਾ ਵੀ ਆਪਾਂ ਸਾਰੇ ਤੁਸੀਂ ਪੋਲੀਟੀਕਲ ਪਾਰਟੀਆਂ ਨਾਲ ਵੀ ਕਰਦੇ ਹੋ, ਪ੍ਰੈਸ਼ਰ ਗਰੁੱਪ ਨਾਲ ਵੀ ਕਰਦੇ ਹੋ। ਜਦੋਂ ਅਸੀਂ ਉੱਪਰ ਕੇ ਆਉਂਦੇ ਹਾਂ ਪ੍ਰੈਸ਼ਰ ਗਰੁੱਪ, ਉਦੋਂ ਤੁਸੀਂ ਪੋਲੀਟੀਕਲ ਪਾਰਟੀ ਦੀ ਗੱਲ ਕਿਉਂ ਕਰਦੇ ਹੋ? ਤੁਸੀਂ ਐ ਕਿਉਂ ਨਹੀਂ ਕਹਿੰਦੇ ਵੀ ਪ੍ਰੈਸ਼ਰ ਗਰੁੱਪ ਤਕੜਾ ਹੋ ਜੇ? ਪ੍ਰੈਸ਼ਰ ਗਰੁੱਪ ਹੀ ਇਹੋ ਜਿਹਾ ਤਕੜਾ ਹੋ ਜੇ ਵੀ ਪੋਲੀਟੀਕਲ ਪਾਰਟੀਆਂ ਨੂੰ ਝੁਕਣਾ ਪਵੇ ਉਹਦੇ ਉੱਤੇ। ਜੇ ਇਸ ਵਾਰ ਜੇ ਅੰਦੋਲਨ ਵੱਡਾ ਹੋ ਰਿਹਾ ਫਿਰ ਉਹੀ ਪੁਰਾਣੀਆਂ ਰਾਜਨੀਤੀ ਪਾਰਟੀਆਂ ਵੀ ਪ੍ਰੈਸ਼ਰ ਗਰੁੱਪ ਵਾਲੇ ਰਾਜਨੀਤੀ ਦੇ ਥੱਲੇ ਲੱਗਣਗੇ। ਅਸੀਂ ਐਤਕੀ ਰਾਜਨੀਤੀ ਦੇ ਥੱਲੇ ਲੱਗਣਾ, ਰਾਜਨੀਤੀ ਸਾਡੇ ਥੱਲੇ ਲੱਗੂਗੀ। ਅਸੀਂ ਕਹਿੰਦੇ ਹਰਮੀਤ ਸਿੰਘ ਮੁੱਖ ਮੰਤਰੀ ਬਣੇ ਤੇ ਅੰਦੋਲਨ ਕਰਨਾ ਹੀ ਨਾ। ਪ੍ਰੈਸ਼ਰ ਗਰੁੱਪ ਨੂੰ ਰਹਿਣ ਦਿਓ ਸਾਨੂੰ ਹਾਲੇ ਜਿਹੜੇ 3 ਕਾਨੂੰਨ ਨੇ ਸਾਡੇ ਵਾਸਤੇ ਉਹ ਬਹੁਤ ਵੱਡੇ ਨੇ। ਜਿੰਨਾ ਕੁ ਸਹਿਯੋਗ ਸਾਨੂੰ ਲੋਕਾਂ ਦਾ ਮਿਲਿਆ, ਕਿਸਾਨਾਂ ਦਾ ਮਿਲਿਆ, ਸਾਡੇ ਵਾਸਤੇ ਬਹੁਤ ਅਹਿਮ ਆ ਉਹ ਲੜਾਈ ਜਿੱਤਣੀ। ਜੇ ਉਹ ਏਮ ਤੋਂ ਅਸੀਂ ਪਰੇ ਹਟਦੇ ਆ ਜਾਂ ਕੁਝ ਹੋਰ ਸੋਚਦੇ ਆ ਫਿਰ ਡੀਰੇਲ ਹੋ ਜਾਣਗੇ। ਭਾਰਦਵਾਜ ਜੀ ਇੱਕ ਸੈਕਿੰਡ ਮੈਂ ਤੁਹਾਡਾ ਸਵਾਲ ਲੈਣੇ। ਭਾਰਦਵਾਜ ਜੀ, ਆਪਾਂ ਸਾਰੇ ਸਮਝੀਏ ਕਿ ਅਸੀਂ ਅਜੇ ਵੀ ਬਹੁਤ ਪੁਰਾਣੇ ਮੋਡ ਵਿੱਚ ਸੋਚ ਰਹੇ ਹਾਂ। ਚੋਣਾਂ ਆਈਆਂ, ਚੋਣਾਂ ਗਈਆਂ। ਇਹ ਦੇਸ਼ ਨੂੰ ਇਕੱਠਾ ਕਿਵੇਂ ਰੱਖਣਾ, ਦੇਸ਼ ਨੂੰ ਬਚਾਉਣਾ, ਸੰਵਿਧਾਨ ਕਿਵੇਂ ਬਚਾਉਣਾ, ਦੇਸ਼ ਦੀ ਵਿੱਚ ਲੋਕਤੰਤਰ ਨੂੰ ਕਿਵੇਂ ਬਚਾਉਣਾ, ਆਮ ਬੰਦੇ ਨੂੰ, ਸ਼ਹਿਰੀ ਨੂੰ ਸੜਕ ਤੇ ਸੇਫ ਚੱਲਦਾ ਕਿਵੇਂ ਬਚਾਉਣਾ, ਇਹ ਲੜਾਈ ਹੈ। ਤੁਸੀਂ ਹੁਣ ਅਸੈਂਬਲੀਆਂ 'ਚ ਕੌਣ ਗਿਆ, ਚੀਫ ਮਿਨਿਸਟਰ ਕੌਣ ਬਣਿਆ, ਕਿਹੜਾ ਫਾਈਨੈਂਸ ਮਿਨਿਸਟਰ ਬਣਿਆ, ਉਹਦੇ ਤੋਂ ਅਲੱਗ ਹੋ ਕੇ ਸੋਚਣ ਦੀ ਕੋਸ਼ਿਸ਼ ਕਰੋ। ਮੈਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਦੇਸ਼ ਅੰਦਰ। ਸਰਕਾਰ ਵੀ ਇਹ ਐਲੀਗੇਸ਼ਨ ਲਾ ਰਹੀ ਹੈ ਵੀ ਖੇਤੀ ਕਾਨੂੰਨ ਭੁੱਲ ਗਏ ਨੇ, ਹੁਣ ਮੋਦੀ ਸਰਕਾਰ ਨੂੰ ਭਜਾਉਣ ਲਈ ਕਰ ਰਹੇ ਨੇ। ਨਹੀਂ, ਇਸ ਤਰ੍ਹਾਂ ਨਹੀਂ ਹੈ। ਕੱਲਾ ਖੇਤੀ ਦੇ ਕਾਨੂੰਨ ਨਹੀਂ ਹੈਗੇ। ਨਾਲ ਜਿਹੜੇ 15 ਤਰੀਕ ਨੂੰ ਇਹਨਾਂ ਨੇ ਕਿਹਾ ਉਹ ਮਜ਼ਦੂਰਾਂ ਦੇ ਨਾਲ ਟ੍ਰੇਡ ਯੂਨੀਅਨ ਦਾ ਪਬਲਿਕ ਸੈਕਟਰ ਦੇ ਵਿੱਚ ਸਾਰਾ ਬੰਦ ਕਰਕੇ ਬਹੁਤ ਵੱਡੀ ਗੱਲ ਇਹ ਹੈਗੀ। ਜਿਹੜੀਆਂ ਵੱਡੀਆਂ EMPLOYEES ਦੀਆਂ ਫੈਡਰੇਸ਼ਨਸ ਨੇ, ਜਿਹੜੀਆਂ ਟ੍ਰੇਡਰਸ ਦੀਆਂ ਫੈਡਰੇਸ਼ਨਸ ਨੇ, ਉਹਨਾਂ ਨਾਲ ਅਸੀਂ ਦਿੱਲੀ ਮੀਟਿੰਗ ਕੀਤੀ ਹੈ। ਔਰ ਮੈਂ ਰਿਐਲਿਟੀ ਦੱਸਾਂ ਵੀ ਮੈਨੂੰ ਉੱਥੋਂ ਜਾ ਕੇ ਜਦੋਂ ਉਹਨਾਂ ਨੇ ਕੁਝ ਡਾਕੂਮੈਂਟ ਦਿਖਾਏ, ਆਪ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਤੇ ਉਹ ਦੇਖ ਕੇ ਵਾਕਈ ਇਹ ਲੱਗਿਆ ਵੀ ਸਾਰੇ ਦੇਸ਼ ਨੂੰ ਬਾਹਰ ਨਿਕਲਣਾ ਪਏਗਾ ਤਾਂ ਦੇਸ਼ ਬਚ ਸਕੇਗਾ। ਜਿੱਧਰ ਨੂੰ ਮੋਦੀ ਸਰਕਾਰ ਚੱਲ ਪਈ, ਕੋਈ ਸੈਕਟਰ ਨਹੀਂ ਉਹਨਾਂ ਨੇ ਛੱਡਣਾ। ਕੁਝ ਕਾਰਪੋਰੇਟਸ ਦੇ ਹੱਥਾਂ ਸਾਰਾ ਕੁਝ ਚਲਾ ਜਾਏਗਾ।
ਦੁਬਾਰਾ ਗੁਲਾਮੀ ਵੱਲ ਵਾਜਾਂਗੇ। ਤੋ ਇਹ ਲੜਾਈ ਵੱਡੀ ਲੜਾਈ ਹੈ ਜਿਹੜੀ ਸਾਡੇ ਸਾਰਿਆਂ ਲਈ ਸਾਨੂੰ ਰਾਜੇਵਾਲ ਜੀ ਤੁਸੀਂ ਵੱਡੀ ਲੜਾਈ ਦੀ ਗੱਲ ਕਰਦੇ ਆ ਪੋਲੀਟੀਕਲ ਤੌਰ ਤੇ ਸਵਾਲ ਕਿਉਂਕਿ ਪਾਰਲੀਮੈਂਟ ਕਦੇ ਅਸੈਂਬਲੀਆਂ ਲੰਘ ਕੇ ਉੱਤੇ ਇਦਾਂ ਦੀ ਬਕਵਾਸਬਾਜ਼ੀ ਜਿਹੜੀ ਹੈਗੀ ਹੈ ਕਰਦੇ ਆ ਪੋਲੀਟੀਕਲ ਲੋਕ ਜਿਹੜੇ ਹੈ। ਸਿੱਧੇ ਤੌਰ ਤੇ ਮੈਂ ਸਵਾਲ ਪੁੱਛਣਾ ਚਾਹੁੰਦਾ ਜਿਹੜੀ ਏਡੀ ਲੰਬੀ ਲੜਾਈ ਚੱਲ ਰਹੀ ਹੈ ਪੰਜਾਬ ਦੇ ਜਾਂ ਦੇਸ਼ ਦੇ ਕਿਸਾਨਾਂ ਦੇ ਲੋਕਾਂ ਦਾ ਕਿੰਨਾ ਕੁ ਵੱਡਾ ਹੰਗਾਰਾ ਜੇ ਲੜਾਈ ਲੰਬੀ ਚੱਲਦੀ ਹੈ? ਦੇਖੋ ਲੋਕਾਂ ਦਾ ਹੰਗਾਰੇ ਦਾ ਤਾਂ ਇੱਥੋਂ ਤੱਕ ਹੈ ਵੀ ਪਿੰਡਾਂ ਦੇ ਪਿੰਡ ਲੋਕਾਂ ਨੇ ਪੰਚਾਇਤਾਂ ਕਰਕੇ ਫੈਸਲੇ ਕਰ ਲਏ ਵੀ ਲੜਾਈ ਲੰਬੀ ਚੱਲਣੀ ਹੈ। ਹਰ ਪਿੰਡ ਨੇ ਮਿਥ ਲਿਆ ਵੀ ਕਿਸੇ ਦਾ ਜਿਹੜਾ ਵੱਡਾ ਪਿੰਡ ਆ ਉੱਥੇ ਵੱਧ ਗਿਣਤੀ, ਜਿੱਥੇ ਛੋਟਾ ਘੱਟ ਗਿਣਤੀ, 10 ਬੰਦੇ 7 ਬੰਦੇ ਜਥੇ ਬਣਾਤੇ, ਇੱਕ ਜਥਾ ਉੱਥੇ ਬੈਠੂਗਾ, ਜਿੰਨੀ ਦੇਰ ਉੱਥੇ ਬੈਠਾ ਉਹਦਾ ਕੰਮ ਪਿਛਲੇ ਸੰਭਾਲਣਗੇ ਤੇ ਜਦੋਂ ਉਹ ਜਥਾ ਨਵਾਂ ਜਥਾ ਉੱਥੇ ਚਲਾ ਜਾਏਗਾ ਫਿਰ ਉਹ ਜਥਾ ਵਾਪਸ ਆਏਗਾ। ਇਹ ਲੰਬੀ ਇੱਕ ਮਿੰਟ, ਬਾਕੀ ਲੜਾਈ ਦਾ ਲੰਬੀ ਹੈ, ਛੇਤੀ ਮੁੱਕਣ ਵਾਲੀ ਹੈ, ਸਾਡੇ ਹੱਥ ਨਹੀਂ, ਸਰਕਾਰ ਦੇ ਵੱਸ ਹੈ। ਸਰਕਾਰ ਜਦੋਂ ਮੇਜ਼ ਤੇ ਆਉਣਾ ਚਾਹੂਗੀ ਅਸੀਂ ਹਮੇਸ਼ਾ ਤਿਆਰ ਹਾਂ ਗੱਲਬਾਤ ਲਈ ਤੇ ਗੱਲਬਾਤ ਨਾਲ ਨਤੀਜਾ ਨਿਕਲਣਾ ਕੋਈ। ਅਸੀਂ ਕੋਈ ਵਾਇਲੈਂਟ ਮੂਵਮੈਂਟ ਤਾਂ ਹੈ ਨਹੀਂ, ਪੀਸਫੁਲ ਮੂਵਮੈਂਟ ਰੱਖੀ ਹੋਈ ਹੈ। ਤੋ ਇਸ ਕਰਕੇ ਇਹਦਾ ਨਾਲ ਇਹਦੀ ਕਿੰਨੀ ਲੰਬਾਈ ਚੱਲੂ ਇਹ ਨਹੀਂ ਕਿਹਾ ਜਾ ਸਕਦਾ ਕੁਝ ਵੀ। ਰਾਜੇਵਾਲ ਜੀ 4 ਮਹੀਨੇ ਹੋ ਜਾਣੇ ਆ, 26 ਤਰੀਕ ਨੂੰ 4 ਮਹੀਨੇ ਹੋ ਜਾਣੇ ਆ। ਬੰਦ ਦੀ ਕਾਲ ਜਿਹੜੀ ਦਿੱਤੀ ਹੈ ਉਹ ਮਾੜੀ ਜਿਹੀ ਤਫਸੀਲ ਕਰ ਦਿਓ ਕਿ ਇਸ ਤਰੀਕੇ ਦੀ ਕਾਲ ਹੋਣ ਵਾਲੀ ਹੈ ਕਿ ਤੁਸੀਂ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਟ੍ਰੇਡ ਯੂਨੀਅਨ ਨੂੰ ਵੀ ਨਾਲ ਲੈ ਰਹੇ ਹੋ ਤੇ ਟਰੱਕ ਯੂਨੀਅਨ ਵੀ ਆ ਰਹੀਆਂ ਤੁਹਾਡਾ ਸਾਥ ਕਰਨ। ਕਿਉਂਕਿ ਰੇਲਵੇ ਸੜਕ ਇਕੱਠੇ ਜਾਮ ਹੋਣੇ ਆ। ਹਾਂ ਨਹੀਂ, ਉਹ ਫੈਸਲਾ ਇਹ ਹੋਇਆ ਵੀ 15 ਤਰੀਕ ਨੂੰ ਬੈਂਕਾਂ ਵਾਲੇ ਪਹਿਲਾਂ ਕਰ ਰਹੇ ਨੇ, ਨਾਲ ਦੂਸਰੀਆਂ ਟ੍ਰੇਡ ਯੂਨੀਅਨਸ ਕਰ ਰਹੀਆਂ। ਅਸੀਂ ਉਹਨਾਂ ਨੂੰ ਸਪੋਰਟ 'ਤੇ ਹਾਂ ਕਿਉਂਕਿ ਪ੍ਰਾਈਵੇਟਾਈਜੇਸ਼ਨ ਦਾ ਅਸੀਂ ਵੀ ਵਿਰੋਧ ਕਰਦੇ ਹਾਂ। ਇਹ ਉਹਨਾਂ ਦੀ ਬੜੀ ਜੈਨੂਨ ਮੰਗ ਹੈ, ਇਸ ਕਰਕੇ ਉਹ ਉਹਨਾਂ ਦਾ ਪਹਿਲਾਂ ਤੋਂ ਪਲਾਨ ਸੀ। ਅਸੀਂ 15 ਤਰੀਕ ਨੂੰ ਉਹਨੂੰ ਸਪੋਰਟ ਦੇਣ ਦਾ ਐਲਾਨ ਕੀਤਾ ਹੈ। ਰਾਜੇਵਾਲ ਜੀ ਮੇਰੇ ਸੀਨੀਅਰ ਸਹਿਯੋਗੀ ਤਰਲੋਚਨ ਜੀ ਨੇ ਸਵਾਲ ਕੀਤਾ ਸੀ ਹਲੇ ਤੁਹਾਨੂੰ ਰਵਨੀਤ ਬਿੱਟੂ ਦੇ ਰਿਗਾਰਡਿੰਗ। ਰਵਨੀਤ ਬਿੱਟੂ ਨੂੰ ਅੱਜ ਇੱਕ ਇਨਾਮ ਮਿਲਿਆ ਹੈ ਕਾਂਗਰਸ ਵੱਲੋਂ, ਉਹਨਾਂ ਨੂੰ ਐਲਓਪੀ ਬਣਾ ਦਿੱਤਾ ਗਿਆ ਮੌਜੂਦਾ ਸੈਸ਼ਨ ਦੇ ਲਈ ਲੋਕ ਸਭਾ। ਮੇਰੇ ਏਜੰਡੇ ਤੇ ਰਵਨੀਤ ਬਿੱਟੂ ਨਹੀਂ। ਰਾਜੇਵਾਲ ਜੀ ਪਰ ਉਹਨਾਂ ਦੇ ਉਹਦੇ ਏਜੰਡੇ ਦੇ ਉਹ ਜੀ ਤੋਂ ਡਰ ਲੱਗਦਾ ਉਹਦਾ ਲੈਣਗੇ। ਰਾਜੇਵਾਲ ਜੀ ਤੁਸੀਂ ਵੈਸਟ ਬੰਗਾਲ ਜਾ ਰਹੇ ਹੋ 294 ਗੱਡੀਆਂ ਲੈ ਕੇ। ਕੱਲ ਵੈਸਟ ਬੰਗਾਲ 'ਚ ਵਾਇਲੈਂਸ ਹੋਈ ਹੈ, ਮਮਤਾ ਬੈਨਰਜੀ ਤੇ ਅਟੈਕ ਹੋਇਆ। ਬੀਜੇਪੀ ਕਹਿ ਰਹੀ ਹੈ ਕਿ ਉਹ ਅਟੈਕ ਨਹੀਂ, ਡਰਾਮਾ ਹੈ। ਕਿਵੇਂ ਤੁਸੀਂ ਉਸ ਚੀਜ਼ ਨੂੰ ਦੇਖਦੇ ਹੋ? ਨਹੀਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ 294 ਗੱਡੀਆਂ ਸਾਰੇ ਹਲਕਿਆਂ 'ਚ ਭੇਜਣੀਆਂ ਜਿਹੜੀਆਂ ਲਿਟਰੇਚਰ ਵੰਡਣਗੀਆਂ, ਪ੍ਰਚਾਰ ਕਰਨਗੀਆਂ। ਅਸੀਂ ਉਹਨਾਂ ਦਾ ਕੀ ਹੋਇਆ ਉਹਨਾਂ ਦੀਆਂ ਉਹ ਜਾਣ। ਬੀਜੇਪੀ ਦੇ ਖਿਲਾਫ ਪ੍ਰਚਾਰ ਕਰਨ ਜਾ ਰਹੇ ਹੋ, ਪਰ ਫਿਰ ਵੀ ਜੇਕਰ ਬੀਜੇਪੀ ਪ੍ਰਚਾਰ ਖਿਲਾਫ ਕਰਨ ਦੇ ਬਾਵਜੂਦ ਵੀ ਅਗਾਂਹ ਲੰਘ ਜਾਂਦੀ ਹੈ ਜੀ ਤੇ ਆਪਾਂ ਨੂੰ ਮੋਰਚੇ ਦੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਜੀ ਫਿਰ ਵੀ? ਕਿਉਂਕਿ ਤੁਸੀਂ ਬੀਜੇਪੀ ਦੇ ਪ੍ਰਚਾਰ ਖਿਲਾਫ ਨਹੀਂ, ਕੋਈ ਨੁਕਸਾਨ ਨਹੀਂ ਹੋਣ ਵਾਲਾ। ਅਸੀਂ ਲੋਕਾਂ 'ਚ ਅਵੇਅਰਨੈਸ ਲਿਆ ਰਹੇ ਹਾਂ। ਜਿੰਨਾ ਅੰਦੋਲਨ ਲੰਬਾ ਹੋਈ ਜਾਏਗਾ ਉਨੀ ਅਵੇਅਰਨੈਸ ਵੱਧ ਆਏਗੀ। ਇਸ ਅੰਦੋਲਨ ਦੇ ਬਹੁਤ ਸਾਰੇ ਸਿੱਟੇ ਨਿਕਲਣਗੇ। ਸਿਰਫ 3 ਕਾਨੂੰਨਾਂ ਤੱਕ ਸੀਮਤ ਨਹੀਂ ਰਹਿਣਾ। ਜਿਹੜਾ ਇਸ ਵੇਲੇ ਦੀ ਇਸ ਅੰਦੋਲਨ ਤੋਂ ਪਹਿਲਾਂ ਦੀ ਸਥਿਤੀ ਇਹ ਸੀ, ਮੋਦੀ ਦੇ ਵਿਰੁੱਧ ਕੋਈ ਅੰਦੋਲਨ ਕਰਨ ਲਈ ਤਿਆਰ ਨਹੀਂ ਸੀ। ਹੁਣ ਲੋਕੀ ਬਾਹਰ ਨਿਕਲੇ ਆ ਤਾਂ ਇਸ ਅੰਦੋਲਨ ਦਾ ਬਹੁਤ ਕੁਛ ਬਹੁਤ ਪਾਸੇ ਮਲਟੀ। ਤੁਸੀਂ ਕਿਹਾ ਵੀ ਕੋਈ ਅਸਰ ਨਹੀਂ ਪਏਗਾ ਜੇ ਬੀਜੇਪੀ ਅੱਗੇ ਲੰਘ ਵੀ ਜਾਂਦੀ ਹੈ। ਵੀ ਅਸੀਂ ਅਵੇਅਰ ਕਰਨ ਜਾ ਰਹੇ ਹਾਂ ਲੋਕਾਂ ਨੂੰ। ਹਰਿਆਣੇ ਦੇ ਲੋਕ ਅਵੇਅਰ ਨਹੀਂ ਹੋਏ ਜਿਹੜਾ ਕੱਲ ਮਤਾ ਪਾਇਆ ਗਿਆ ਸਭਾ ਦੇ ਵਿੱਚ, ਫਿਰ ਵੀ ਬੀਜੇਪੀ ਵੱਲੋਂ ਨਹੀਂ, ਉਹ ਐਮਐਲਏ ਅਵੇਅਰ ਨਹੀਂ ਹੋਏ, ਲੋਕੀ ਤਾਂ ਅਵੇਅਰ ਹੋਏ ਆ। ਲੋਕਾਂ ਨੇ ਤਾਂ ਜਾ ਕੇ ਮੰਗ ਕੀਤੀ, ਉਹਨਾਂ ਨੂੰ ਮੈਮੋਰੈਂਡਮ ਦਿੱਤੇ, ਉਹਨਾਂ ਦੇ ਘਰਾਂ ਤੇ ਨੋਟਿਸ ਲਾਇਆ। ਲੋਕੀ ਤਾਂ ਉਹਨਾਂ ਦੇ ਘਰਾਂ ਅੱਗੇ ਧਰਨੇ ਤੇ ਹੀ ਬੈਠੇ ਆ। ਐਮਐਲਏ ਅਵੇਅਰ ਨਹੀਂ ਹੋਏ। ਉਹਨਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਲੋਕਾਂ ਨੇ ਵੀ ਆ ਤਾਂ ਸਰਕਾਰ ਤੋਂ ਬਾਹਰ ਆਓ, ਨਹੀਂ ਫਿਰ ਪਿੰਡਾਂ ਵਿੱਚ ਨਾ ਆਇਓ। ਰਾਜੇਵਾਲ ਸਾਹਿਬ ਤੁਹਾਡਾ ਇਹ ਅੰਦੋਲਨ ਜਿਹੜਾ ਨਿਊ ਇਕਨੋਮਿਕ ਪਾਲਿਸੀ 94 ਦੇ ਵਿੱਚ ਆਈ ਸੀ, ਉਸ ਦੇ ਖਿਲਾਫ ਲੋਕਾਂ ਨੂੰ ਕਿੰਨਾ ਕਰ ਅਵੇਅਰ ਕਰ ਰਹੇ ਆ? ਦੇਖੋ, ਅੰਦੋਲਨ ਸ਼ੁਰੂ ਹੋਇਆ ਉਦੋਂ ਤੇ ਜਦੋਂ ਸ਼ੁਰੂ ਹੋਇਆ ਉਦੋਂ ਅੱਜ ਤੱਕ ਦਾ ਫਰਕ ਦੇਖ ਲਓ। ਸਮਾਂ ਹਰ ਚੀਜ਼ ਨੂੰ ਲੱਗਦਾ ਹੈ। ਹੁਣ ਸਾਰੇ ਦੇਸ਼ ਦੇ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਯਕੀਨ ਹੈ ਅੰਦੋਲਨ ਅੱਗੇ ਵਧੇਗਾ। ਅਸੀਂ ਇਹ ਤੋਂ ਜਿਹੜੇ ਇਹ ਨਵੀਆਂ ਜਿਹੜੀਆਂ ਲਿਬਰਲ ਪਾਲਿਸੀਜ਼ ਨੇ ਇਹ ਤੋਂ ਆਜ਼ਾਦ ਕਰਾ ਸਕਾਂਗੇ ਲੋਕਾਂ ਨੂੰ। ਰਾਜੇਵਾਲ ਸਾਹਿਬ, ਜਿਹੜਾ ਬਜਟ ਪੇਸ਼ ਕੀਤਾ ਪੰਜਾਬ ਸਰਕਾਰ ਨੇ ਇਸ ਵਾਰ, ਸਰਕਾਰ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੀ ਹਿਤੈਸ਼ੀਆਂ ਬਹੁਤ ਸਾਰਾ ਕਰਜ਼ਾ ਪਹਿਲਾਂ ਵੀ ਮਾਫ ਕੀਤਾ, ਹੁਣ ਵੀ ਕੁਝ ਕਿਸਾਨਾਂ ਦਾ ਉਹਨਾਂ ਨੇ ਕਿਹਾ ਕਿ ਕਰਜ਼ਾ ਮਾਫ ਕਰਾਂਗੇ। ਉਹਨਾਂ ਦੇ ਵਾਅਦੇ ਦੇ ਨੇੜੇ ਤੇੜੇ ਵੀ ਨਹੀਂ। ਇਹਨਾਂ ਤਾਂ ਵਿਆਜ ਪੈ ਗਿਆ। ਹੁਣ ਆ ਕੇ 5 ਸਾਲਾਂ ਬਾਅਦ ਜਿਹੜਾ ਮਾਫ ਕਰਨ ਲੱਗੇ ਨੇ, ਇਹਨਾਂ ਤਾਂ 5 ਸਾਲ ਦਾ ਵਿਆਜ ਗਿਲੋ। ਇਹ ਤਾਂ ਊਂਠ ਦਾ ਬੁੱਲ ਸੀ, ਦੇਖੀ ਗਏ ਆ ਵੀ ਹੁਣ ਡਿੱਗੂ। ਉਹ ਡਿੱਗਿਆ ਹੈ ਨਹੀਂ ਹੁਣ ਸੀ। ਕਿਸਾਨ ਤਾਂ ਫਸਿਆ ਵਿਚਾਰੇ।
ਹੁਣ ਜਾਂਦੇ ਜਾਂਦੇ ਤੋਂ ਕੀ ਉਮੀਦ ਕਰਾਂਗੇ? ਹਾਲੇ ਇੱਕ ਸਾਲ ਪਿਆ ਦਿਨ ਦਾ ਨਹੀਂ ਚੱਲਿਆ ਉਹ ਤਾਂ, ਹੁਣ ਉਹਤੇ ਕੀ ਉਮੀਦ ਕਰਨੀ ਹੈ? ਲਾਸਟ ਬਜਟ ਪੇਸ਼ ਕਰਤਾ ਉਹਨੇ, ਜਿਹੜਾ ਕੁਝ ਉਹਨੇ ਇਹਦੇ 'ਚ ਖੇਡ ਉਡਾਈ ਹੈ, ਹੁਣ ਉਹ 'ਤੇ ਕੀ ਉਮੀਦ ਕਰਨੀ ਹੈ? ਕਈ ਵਾਰ ਡੱਲੇਵਾਲ ਸਾਹਿਬ ਵੀ ਕਹਿ ਦਿੰਦੇ ਆ ਕਿ ਆ ਜਿਹੜਾ ਕਿਸਾਨਾਂ ਦੀ ਲੜਾਈ ਹੈ ਹੁਣ ਅਲਟੀਮੇਟਲੀ ਉਸ ਦੇ ਬਾਅਦ ਜਿਹੜਾ ਗੈਟ ਹੈਗਾ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ ਉਸ ਦੇ ਤੱਕ ਜਾਏਗੀ ਕਿ ਉਸ ਤੋਂ ਬਾਅਦ ਇੰਡੀਆ ਨੂੰ ਕਢਾਉਣ ਵਾਸਤੇ ਅਸੀਂ ਲੜਾਈ ਲੜਾਂਗੇ। ਨਹੀਂ, ਇਹ ਸਾਰਾ ਕੁਝ ਹੋਈ ਰਿਹਾ, ਉਹਨਾਂ ਪਾਲਿਸੀਜ਼ ਦਾ ਹੀ ਵਿਰੋਧ ਹੋ ਰਿਹਾ। ਫਿਰ ਰਾਜੇਵਾਲ ਸਾਹਿਬ ਇੱਕ ਜਿਹੜੇ ਨਵੇਂ ਪ੍ਰੋਗਰਾਮ ਤੁਸੀਂ ਐਲਾਨ ਕੀਤੇ ਉਹਨਾਂ ਦੇ ਵਿੱਚ ਕਿਹਾ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿਰੁੱਧ ਵੀ ਅਸੀਂ ਪ੍ਰਦਰਸ਼ਨ ਕਰਾਂਗੇ 19 ਤਾਰੀਖ ਦਾ ਜੀ। ਭਵਿੱਖ ਦੇ ਵਿੱਚ ਮੀਟਿੰਗ ਹੁੰਦੀ ਹੈ ਸਰਕਾਰ ਦੇ ਨਾਲ, ਕੀ ਸਰਕਾਰ ਦੇ ਨਾਲ ਇਹ ਏਜੰਡੇ ਤੇ ਵੀ ਆ ਸਕਦੀ ਹੈ? ਸਰਕਾਰ ਨਾਲ ਮੀਟਿੰਗ ਦੇ ਵਿੱਚ ਵੀ ਇਹ ਤਾਂ ਆਲਰੇਡੀ ਰੱਖਿਆ ਅਸੀਂ, ਇਹ ਵੀ ਡੀਜ਼ਲ ਪੈਟਰੋਲ ਔਰ ਗੈਸ ਦੀਆਂ ਕੀਮਤਾਂ, ਈਵਨ ਇਹ ਤੋਂ ਛੱਡੋ, ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਉਹ ਸਿੱਧਾ ਆਮ ਸ਼ਹਿਰੀ ਤੇ ਅਸਰ ਹੁੰਦਾ ਹੈ। ਉਹ ਸਾਡੀ ਮੇਨ ਡਿਮਾਂਡ ਹੈ। ਜਿਹੜੀਆਂ 3 ਕਾਨੂੰਨ ਨੇ ਉਹਦੇ ਵਿੱਚ ਇੱਕ ਹੈ। ਰਾਜੇਵਾਲ ਸਾਹਿਬ, ਤੁਸੀਂ ਕਿਸਾਨ ਆਗੂ ਸਮੇਂ ਉੱਤੇ ਕਿਸਾਨਾਂ ਨੂੰ ਦਿਸ਼ਾ ਦਿਖਾਉਂਦੇ ਰਹਿੰਦੇ ਹੋ। ਪੰਜਾਬ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਦੇ ਕਰਕੇ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਤੇ ਕਿਸਾਨਾਂ ਤੋਂ ਤੁਸੀਂ ਕਾਂਗਰਸ ਖਪਾ ਹੈਗੀ ਹੈ, ਤੁਸੀਂ ਖੁਦ ਦੱਸਿਓ ਕਿ ਕਾਂਗਰਸ ਤੋਂ ਤੁਸੀਂ ਖਪਾ ਗਏ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਆਉਣ ਵਾਲੀ ਚੋਣਾਂ ਹੋਣ ਜਾ ਰਹੀਆਂ ਨੇ, ਤੁਸੀਂ ਕੀ ਦਿਸ਼ਾ ਦੋਗੇ ਕਿਸਾਨਾਂ ਨੂੰ? ਕਿਸ ਦਿਸ਼ਾ ਵੱਲ ਜਾਣਾ ਚਾਹੀਦਾ ਹੈ? ਕਿਹਨੂੰ ਵੋਟ ਪਾਉਣੀ ਚਾਹੀਦੀ ਹੈ? ਇਹ ਜਦੋਂ ਵੋਟਾਂ ਦਾ ਐਲਾਨ ਹੋ ਉਦੋਂ ਦੇਖਾਂਗੇ, ਹਾਲੇ ਤਾਂ ਸਾਨੂੰ ਅੰਦੋਲਨ ਲੜ ਲੈਣ ਦਿਓ। ਰਾਜੇਵਾਲ ਸਾਹਿਬ, ਜਿਹੜੀ ਹੁਣ ਈਡੀ ਦੀ ਰੇਡ ਦਾ ਕੰਮ ਸ਼ੁਰੂ ਹੋਇਆ, ਸੁਖਪਾਲ ਸਿੰਘ ਖਹਿਰਾ ਤੇ ਹੋਇਆ ਹੈ ਜਿਵੇਂ ਜਾਂ ਹੋਰ ਕਈ ਆਗੂਆਂ ਤੇ ਹੋਇਆ, ਤੁਸੀਂ ਕਿਵੇਂ ਵੇਖਦੇ ਹੋ ਕਿ ਸਿਰਫ ਦੇਖੋ, ਨਹੀਂ, ਇਹ ਇਕੱਲਾ ਇਹ ਈਡੀ ਦਾ ਨਹੀਂ, ਉਹ ਇੰਨੇ ਬੁਖਲਾਏ ਹੋਏ ਨੇ ਕੇਂਦਰ ਵਾਲੇ। ਪਹਿਲਾਂ NIA ਦੇ ਨੋਟਿਸ ਇੱਥੇ ਆਮ ਲੋਕਾਂ ਨੂੰ ਦੇਣ ਲੱਗ ਪਏ, ਜਿਹੜੇ ਉੱਥੇ ਗਏ। ਕੋਈ ਜਾਂਦਾ ਬੰਦਾ, ਉਹਦੀ ਗੱਡੀ ਦਾ ਨੰਬਰ ਨੋਟ ਕੀਤਾ, ਉਹ ਦੇਖਿਆ ਕਿਹਦੀ ਗੱਡੀ ਆ, ਉਹਨੂੰ ਨੋਟਿਸ ਦੇ ਦਿਓ। NIA ਦੇ ਨੋਟਿਸ ਆਉਂਦੇ ਰਹੇ। ਉਹ ਜਦੋਂ ਅਸੀਂ ਵਿਰੋਧ ਕੀਤਾ ਬੰਦ ਹੋ ਗਏ। ਹੁਣ 160 ਦੇ ਨੋਟਿਸ ਦੇਣ ਲੱਗ ਗਏ। ਹੁਣ ਹੈ ਕੱਖ ਨਹੀਂ ਉਹਦੇ ਵਿੱਚ 160 ਦਾ, ਉਹਨਾਂ ਦੀ ਜੁਰਿਸਡਿਕਸ਼ਨ 'ਚ ਨਹੀਂ ਨੋਟਿਸ ਦੇਣਾ। ਇੱਕ ਥਾਣੇ ਤੋਂ ਦੂਜੇ ਥਾਣੇ ਦੇ ਏਰੀਏ 'ਚ ਜੇ ਜਾਣਾ ਤਾਂ ਵੀ ਕੋਰਟ ਤੋਂ ਮਨਜ਼ੂਰੀ ਲੈਣੀ ਹੁੰਦੀ ਆ। ਉਹ ਸਿਰਫ ਉੱਥੇ ਡਰਾ ਕੇ ਬੰਦੇ ਨੂੰ ਉੱਥੇ ਬੁਲਾਉਂਦੇ ਨੇ। ਸਾਡੀ ਇਨਫੋਰਮੇਸ਼ਨ ਮੁਤਾਬਕ ਇਹ ਵੀ 40-45 FIRs ਅਨਨੇਮਡ ਉਹਨਾਂ ਨੇ ਦਰਜ ਕੀਤੀਆਂ ਹੋਈਆਂ। ਜਿਹੜਾ ਉਹਨਾਂ ਦੇ ਚੁੰਗਲ 'ਚ ਫਸ ਜਾਂਦਾ, ਚਲਿਆ ਜਾਂਦਾ, ਉਹਨੂੰ ਕਹਿੰਦੇ ਨੇ ਲੈ ਤੂੰ ਇਹਦੇ 'ਚ ਫਿੱਟ ਕਰਤਾ। ਤੇ ਅਸੀਂ ਲੋਕਾਂ ਨੂੰ ਕਿਹਾ ਵੀ ਜਿਹੜੇ 160 ਦੇ ਨੋਟਿਸ ਆਉਂਦੇ ਨੇ, 191 ਦੇ ਨੋਟਿਸ ਆਉਂਦੇ ਨੇ, ਚੁੱਲ੍ਹੇ ਸਿੱਟ ਦਿਓ, ਅਸੀਂ ਜ਼ਿੰਮੇਵਾਰ ਹਾਂ। ਤੋ ਇਹ ਡਰਾਉਣ ਦੀ ਟੈਕਨੀਕ ਹੈ, ਇਹੀ ਈਡੀ ਡਰਾਉਣ ਦੀ ਤਕਨੀਕ ਹੈ। ਨੇ ਪੱਖੇ ਜਾ ਕੇ ਦੇਖੋ ਤੇ ਲੱਗਣ ਲੱਗ ਗਏ। ਇਹ ਕੂਲਰ ਪਹੁੰਚ ਗਏ ਉੱਥੇ। ਲੋਕ ਆਪ AC ਲਾਈ ਜਾਂਦੇ ਹੈ ਉੱਥੇ। ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਵੀ ਜਨਰੇਟਰ ਲੈਣ ਆਏ ਹੋਏ ਆ ਬੰਦੇ। ਇਸ ਕਰਕੇ ਇਹ ਤਾਂ ਪੰਜਾਬੀਆਂ ਨੂੰ ਇਹ ਸਾਰਾ ਕੁਝ ਆਉਂਦਾ ਹੈ। ਰਵੀ ਪੁੱਛ ਰਿਹਾ ਕਿ ਸੰਯੁਕਤ ਮੋਰਚੇ ਵੱਲੋਂ ਕੀ ਯੋਗਦਾਨ ਪਾਇਆ ਜਾ ਰਿਹਾ ਆਪਣੇ ਫੰਡ ਚੋਂ? ਉਸ ਨੇ ਆਪਣੇ ਫੰਡ ਚੋਂ ਨਹੀਂ, ਫੰਡ ਲੋਕਾਂ ਦਾ ਹੀ ਆ। ਉਹ ਵੀ ਜੋ ਕੁਝ ਵੀ ਅਸੀਂ ਕਦੇ ਲੰਗਰ 'ਚ ਕੰਟਰੀਬਿਊਟ ਕਰਦੇ ਨੇ, ਲੋਕੀ ਉਹ ਦਿੰਦੇ ਨੇ। ਜਿਹੜਾ ਹੁਣ ਉੱਥੇ ਜਾ ਕੇ ਸਮਾਨ ਇੰਨਾ ਦਿੱਤਾ ਹੈ, ਉਹ ਲੋਕਾਂ ਨੇ ਟਰੱਕਾਂ ਦੇ ਟਰੱਕ ਭਰ ਕੇ ਜਾ ਕੇ ਵੰਡੇ ਨੇ, ਉਹ ਸਾਡੇ ਹੀ ਨੇ। ਜਿਹੜਾ ਇਹਨਾਂ ਦਾ ਆਨਸਰ ਆ ਉਹਦਾ ਦੇ ਦਈਏ ਜੀ। ਜਿਹੜਾ ਤੁਸੀਂ ਸੋਚਣਾ ਚਾਹੁੰਦੇ ਹੋ ਵੀ ਸੰਯੁਕਤ ਮੋਰਚੇ ਨੇ ਕੀ ਕੀਤਾ, ਸੰਯੁਕਤ ਮੋਰਚੇ ਦਾ ਫਾਈਨੈਂਸ਼ੀਅਲੀ ਜਿਹੜਾ ਹੈਗਾ ਉਹ ਲੋਕਾਂ 'ਤੇ ਨਿਰਭਰ ਆ ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇੱਕ ਆਰਗੇਨਾਈਜੇਸ਼ਨ ਨੇ, ਸਾਰੀਆਂ 32 ਨੇ, ਠੀਕ ਹੈ। ਪਰ ਮੈਂ ਤੁਹਾਨੂੰ ਇਹ ਦੱਸਣਾ ਨਾ, ਇਹ ਫਾਈਨੈਂਸ ਲੱਭਦੇ ਨੂੰ ਤਾਂ ਮੋਦੀ ਨੂੰ ਬਹੁਤ ਦੇਰ ਹੋ ਗਿਆ, 4-5 ਮਹੀਨੇ ਹੋ ਗਏ ਵੀ ਕਿੱਥੋਂ ਫਾਈਨੈਂਸਿੰਗ ਹੋ ਰਹੀ ਹੈ, ਕਿੱਥੋਂ ਲੰਗਰ ਚੱਲਦੇ ਆ, ਕਿੱਥੋਂ AC ਲੱਗਦੇ ਆ। ਲੋਕ ਆਪ ਸੇਵਾ ਦੇ ਰਹੇ ਆ। ਜਿਹੜੇ ਨਹੀਂ ਜਾ ਪਾਉਂਦੇ ਉਹ ਆਪਣੀ ਸੇਵਾ ਭੇਜਦੇ ਆ। ਜਿਹੜਾ ਫਿਜ਼ੀਕਲ ਜਾ ਸਕਦਾ ਉਹ ਆਪਣੀ ਫਿਜ਼ੀਕਲ ਉੱਤੇ ਹਾਜ਼ਰੀ ਲਗਵਾ ਕੇ ਆਉਂਦਾ। ਇਹ ਜਿਹੜਾ ਫਾਈਨੈਂਸ ਆ ਇਹ ਮੋਦੀ ਨੂੰ ਨਹੀਂ ਲੱਭਿਆ, ਆਪਾਂ ਨੂੰ ਨਹੀਂ ਲੱਭਣਾ, ਉਹਨੂੰ ਲੱਭ ਲੈਣ ਦਿਓ।